ਦੇ ਨਾਲ ਹੈਲਥ ਇੰਸ਼ੋਰੈਂਸ ਮੈਡੀਕੇਅਰ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰੋ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਲਖਵੀਰ ਸਿੰਘ ਸਮਰਾ ਟੈਕਸਸ, ਅਮਰਜੀਤ ਸਿੰਘ ਸਟਾਕਟਨ H&M ਆਇਲ ontario, ਰਣਜੀਤ ਤੇ ਮਨਦੀਪ ਕੌਸ਼ਲ ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਟਰਲੌਕ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੀਬਰ ਟਰੈਵਲ ਸਰਵਿਸਿਜ਼ ਯੂਨੀਵਰਸਿਟੀ ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। D&V ਟਰੱਕ ਐਂਡ ਟ੍ਰੇਲਰ ਰਿਪੇਅਰ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਟਰੱਕ ਟ੍ਰੇਲਰ ਦੀ ਰਿਪੇਅਰ ਕਰਾ ਸਕਦੇ ਹੋ। ਇੰਜਨ, ਕਲਚ, ਬ੍ਰੇਕ, ਟਾਇਰਸ, AC, ਡੈਫ, ਸਮੌਗ ਦਾ ਕੰਮ ਇਹਨਾਂ ਤੋਂ ਕਰਵਾ ਸਕਦੇ ਹੋ। ਟਰੱਕ ਪਾਰਕਿੰਗ ਵੀ ਇਹਨਾਂ ਦੇ ਕੋਲ ਅਵੇਲੇਬਲ ਆ। 2 ਲੋਕੇਸ਼ਨਸ ਨੇ। ਐਂਟੀਲੋਪ ਲਈ ਕਾਲ 9162252290, ਟਲੈਰੀ ਲਈ ਕਾਲ 5596162421। ਤੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੋਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੀਆਂ 2 ਲੋਕੇਸ਼ਨ ਨੇ, ਟਰਲਕ ਅਤੇ ਸਟਾਕਟਨ ਦੇ ਲਈ। ਹਰ ਤਰੀਕੇ ਦੇ ਟਰੱਕ ਟ੍ਰੇਲਰ ਦੇ ਪਾਰਟਸ ਇਹਨਾਂ ਦੇ ਕੋਲ ਅਵੇਲੇਬਲ ਆ। ਆਫਟਰ ਮਾਰਕੀਟ ਪਾਰਟਸ, ਹਾਈ ਕੁਆਲਿਟੀ OEM ਪਾਰਟਸ ਬਹੁਤ ਹੀ ਵਾਜਿਬ ਕੀਮਤਾਂ ਦੇ ਇਹਨਾਂ ਤੋਂ ਖਰੀਦੋ। ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਜਿਸ ਤਰ੍ਹਾਂ ਆਪਾਂ ਤੁਹਾਡੇ ਨਾਲ ਟਰੱਕਿੰਗ ਨਾਲ ਰਿਲੇਟਡ ਅੱਜ ਦਾ ਪ੍ਰੋਗਰਾਮ ਸਾਂਝਾ ਕਰਦੇ ਹੁੰਦੇ ਆ, ਤੇ ਉਸ ਤੋਂ ਪਹਿਲਾਂ ਕੁਝ ਕੁ ਖਬਰਾਂ ਜੋ 1-2 ਮੇਨ ਖਬਰਾਂ ਆ ਉਹ ਸਾਂਝੀਆਂ ਕਰਾਂਗੇ। ਉਹ ਤੋਂ ਬਾਅਦ ਟਰੱਕਿੰਗ ਨਾਲ ਰਿਲੇਟਡ ਆਪਾਂ ਖਬਰਾਂ ਸਾਂਝੀਆਂ ਕਰਾਂਗੇ। ਅੱਜ ਜਿਹੜੀ ਟਵਿੱਟਰ ਆ ਜਿਸ ਨੂੰ ਅੱਜ ਕੱਲ੍ਹ X ਕਿਹਾ ਜਾਂਦਾ ਆ, ਉਹਨਾਂ ਨੇ ਐਡਮਿਟ ਕੀਤਾ ਆ ਵੀ ਇੰਡੀਆ ਦੇ ਵਿੱਚ ਸਾਰੇ ਹੀ ਜੋ ਕੋਈ ਵੀ ਬੰਦਾ ਰਿਲੇਟਡ ਪੋਸਟ ਪਾਉਂਦਾ ਆ ਕਿਸਾਨਾਂ ਦੇ ਨਾਲ, ਤੇ ਉਹਨਾਂ ਦੇ ਜਿਹੜੇ ਅਕਾਊਂਟ ਆ ਉਹ ਬਲੌਕ ਕਰ ਦਿੱਤੇ ਗਏ ਆ। ਖਾਸ ਕਰਕੇ ਜਰਨਲਿਸਟ ਦੇ ਬਹੁਤ ਸਾਰੇ YouTube ਚੈਨਲ, Facebook ਚੈਨਲਸ, ਉਹਨਾਂ ਸਾਰਿਆਂ ਦੇ। BBC ਵੀ ਰਿਪੋਰਟ ਕਰ ਰਿਹਾ ਆ। ਬਹੁਤ ਸਾਰੇ ਜਰਨਲਿਸਟ ਜਿਨ੍ਹਾਂ 'ਚ ਮੁਹੰਮਦ ਜ਼ੁਬੈਰ ਕਰਕੇ ਆ, ਉਹਦਾ ਅਕਾਊਂਟ ਬੰਦ ਕੀਤਾ ਗਿਆ। ਸਾਡਾ ਖੁਦ ਦਾ ਜਿਹੜਾ ਜਰਨਲਿਸਟ ਹੈਗਾ ਆ ਮਨਦੀਪ ਪੁੰਨੀਆ, ਉਹਦਾ ਵੀ ਅਕਾਊਂਟ ਜਿਹੜਾ ਆ ਵਿਦਹੈਲਡ ਕੀਤਾ ਗਿਆ। ਉਹਨਾਂ ਨੇ ਸਵੇਰੇ ਵੀ ਤੁਸੀਂ ਸੁਣਿਆ ਸੀ। ਇਹ BBC ਰਿਪੋਰਟ ਕਰ ਰਹੀ ਹੈ। ਸੋ ਟਵਿੱਟਰ ਨੇ ਇਹ ਕਿਹਾ ਆ ਵੀ ਸਾਨੂੰ ਇੰਡੀਆ ਗਵਰਨਮੈਂਟ ਨੇ ਰਿਕੁਐਸਟ ਕੀਤੀ ਸੀ ਵੀ ਨਹੀਂ ਤਾਂ ਤੁਹਾਡੇ ਤੇ ਪੈਨਲਟੀ ਪਾਵਾਂਗੇ ਜਾਂ ਤੁਹਾਡੇ ਤੇ ਕ੍ਰਿਮੀਨਲ ਚਾਰਜਸ ਤੱਕ ਵੀ, ਇੰਪ੍ਰਿਜ਼ਨਮੈਂਟ ਤੱਕ ਵੀ ਲੱਗ ਸਕਦੀ ਹੈ। ਗਲੋਬਲ ਅਫੇਅਰਸ ਨੇ ਕਿਹਾ। ਸੋ ਹੁਣ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਡੈਮੋਕ੍ਰੇਸੀ ਆ, ਉਹਨਾਂ ਦਾ ਜਲੂਸ ਇੱਥੇ ਸਾਹਮਣੇ ਨਿਕਲ ਹੀ ਰਿਹਾ ਹੈਗਾ। ਦੂਸਰੇ ਪਾਸੇ ਜੋ ਆਪਣਾ ਇੱਕ ਕਿਸਾਨ ਨੌਜਵਾਨ ਮੁੰਡਾ, ਉਸਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ। ਹੁਣ ਇਹ ਖਬਰਾਂ ਆ ਰਹੀਆਂ ਵੀ ਜਿਹੜੇ ਲੋਕ ਡਾਕਟਰਸ ਇਲਾਜ ਕਰ ਰਹੇ, ਉਹਨਾਂ ਦੇ ਉੱਤੇ ਵੀ ਜਿਹੜੇ ਟੀਅਰ ਗੈਸ ਦੇ ਬੰਬ ਆ ਉਹ ਸਿੱਟੇ ਗਏ ਆ, ਜੋ ਕਿ ਕਿਤੇ ਵਾਰ ਲੱਗੀ ਹੋਵੇ ਉੱਥੇ ਵੀ ਇਹ ਕ੍ਰਾਈਮ ਹੁੰਦਾ ਹੈਗਾ। ਦੁਨੀਆ ਭਰ ਦੇ ਵਾਸਤੇ ਜਿਹੜੇ ਸਿੱਖ, ਜਿਹੜੇ ਪੰਜਾਬੀ ਜਾਂ ਜਿਹੜੇ ਵੀ ਹਮਦਰਦੀ ਰੱਖਦੇ ਕਿਸਾਨਾਂ ਦੇ ਨਾਲ, ਉਹਨਾਂ ਨੂੰ ਰਿਪੋਰਟ ਕਰਨਾ ਚਾਹੀਦਾ ਆ। ਆਪਣੇ ਆਪਣੇ ਮੁਲਕ ਦੇ ਵਿੱਚ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੂੰ, UNO ਨੂੰ ਲਿਖਣਾ ਚਾਹੀਦਾ। ਤੇ ਨਾਲ ਦੀ ਨਾਲ ਬਹੁਤ ਵਾਰ ਤੁਸੀਂ ਦੇਖਦੇ ਆ ਵੀ ਆਪਾਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਉੱਥੇ ਲੰਗਰ ਲਾਓ, ਉੱਥੇ ਲੰਗਰ ਲਾਓ। ਕਿਸੇ ਨੇ ਹਾ ਤੱਕ ਦਾ ਜਿਹੜਾ ਨਾਰਾ ਨਹੀਂ ਮਾਰਿਆ ਹੈਗਾ। ਕਿਸ ਤਰ੍ਹਾਂ ਕਿਸਾਨਾਂ ਦੀਆਂ ਟਰੱਕ ਤੇ ਟਰਾਲੀਆਂ ਦੇ ਟਾਇਰ ਪਾੜੇ ਗਏ, ਉਹਨਾਂ ਨੂੰ ਭੰਨਿਆ ਤੋੜਿਆ ਗਿਆ। ਹਾਲਾਂਕਿ ਹਰ ਇੱਕ ਮੀਡੀਆ ਕਹਿ ਰਿਹਾ ਵੀ ਕਿਸਾਨਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਨਹੀਂ ਸੀ, ਕਿਸਾਨਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਇੱਦਾਂ ਦਾ ਖਤਰਾ ਨਹੀਂ ਸੀ। ਬਿਲਕੁਲ ਇਹੀ ਨਹੀਂ ਹਰਜੋਤ ਸਿੰਘ ਜੀ, ਇਹ ਸਾਰੇ ਕਾਸੇ ਦੇ ਵਿੱਚ ਉਹ ਨਿਹੱਥੇ ਤਾਂ ਸੀਗੇ ਹੀ ਸੀਗੇ। ਇੱਕ ਜੇ ਉਹਨਾਂ ਨੂੰ ਨਾਗਰਿਕ ਕਹਿੰਦੇ ਆ, ਤੇ ਪਰ ਉਹਨਾਂ ਨੂੰ ਆਪ ਹੀ ਉੱਥੇ ਜਿਹੜਾ ਪ੍ਰੋਟੈਸਟ ਕਰਨ ਦੇ ਲਈ ਜਾਣ ਨਹੀਂ ਉਹ ਦਿੱਤਾ ਜਾ ਰਿਹਾ ਹੈਗਾ। ਸੋ ਤੁਸੀਂ ਆਪ ਸਮਝ ਸਕਦੇ ਆ ਵੀ ਕੀ ਜਿਹੜਾ ਉਹ ਉੱਥੇ ਚੱਲ ਰਿਹਾ ਹੈਗਾ। ਸੋ ਹਾਲਾਤ ਖਾਸੇ ਜਿਹੜੇ ਆ ਉਹ ਮਾੜੇ ਆ। ਇਹੀ ਨਹੀਂ, ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਕਈਆਂ ਦੇ ਚੈਨਲ, ਕਈਆਂ ਦੇ ਪੇਜਿਸ ਜਿਹੜੇ ਆ ਉਹ ਵੀ ਉੱਥੇ ਇੰਡੀਆ ਵਾਲਿਆਂ ਨੇ ਬਲੌਕ ਕੀਤੇ ਹੈਗੇ ਆ। ਹਾਲਾਤ ਜਿਹੜੇ ਖਾਸੇ ਮਾੜੇ ਇਸ ਟਾਈਮ ਉੱਥੇ ਬਣੇ ਪਏ ਹੈਗੇ ਆ। ਤੇ ਇਵੈਂਚੁਅਲੀ ਦੇਖੋ ਕੀ ਜਿਹੜਾ ਉਹ ਬਣਦਾ ਆ। ਹੁਣ ਦੇਖੋ ਆਪਣੇ ਆਪ ਨੂੰ ਮਦਰ ਆਫ ਡੈਮੋਕ੍ਰੇਸੀ ਆਖਦੇ ਆ, ਪਰ ਡੈਮੋਕ੍ਰੇਸੀ ਦੇ ਵਿੱਚ ਇਹ ਬਣਿਆ ਕੀ ਹੈਗਾ ਆ, ਇਹ ਆਪਣੇ ਇਸ ਟਾਈਮ ਸਾਹਮਣੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਇਹ ਬਹੁਤ ਮੰਦਭਾਗੀ ਰਿਪੋਰਟ ਜਿਹੜੀ ਉਹ ਆਈ ਸੀ ਵੀ ਖਨੌਰੀ ਦੇ ਬਾਰਡਰ ਦੇ ਉੱਤੇ ਜਿਹੜੇ ਨੌਜਵਾਨ ਦੀ ਜਿਹੜੀ ਮੌਤ ਆ ਉਹ ਹੋਈ ਆ। ਸੋ ਆਪਾਂ ਦੇਖਿਆ ਹਰਜੋਤ ਸਿੰਘ ਜੀ, ਇਹੀ ਨਹੀਂ ਬੋਲਣਾ ਹਾਂ ਦਾ ਨਾਰਾ ਕੀ ਬੋਲਣਾ। ਕੱਲ ਜਦੋਂ ਆਪਾਂ ਸ਼ੋਅ ਕਰਦੇ ਸੀ ਦੇਖਿਆ ਨਹੀਂ ਸੀ, 2-4 ਆਏ ਸੀਗੇ ਵੀ ਉਹ ਕਹਿੰਦੇ ਵੀ ਕਿਸਾਨ ਟਰੈਕਟਰ ਲੈ ਕੇ ਕੋਈ ਚੱਲੇ ਆ, ਤੇ ਨਾ ਤੁਸੀਂ ਉਹਨਾਂ ਨੂੰ ਪੈਦਲ ਜਾਣ ਦਿਓ, ਨਾ ਤੁਸੀਂ ਟਰੈਕਟਰਾਂ 'ਤੇ ਜਾਣ ਦਿਓ।
ਤੇ ਇਹ ਹੋ ਕੀ ਰਿਹਾ ਹੈ, ਕਹਿੰਦੇ ਵੀ ਜਿੱਦਾਂ ਹਮਲਾ ਕਰਨ ਚੱਲੇ ਹੁੰਦੇ। ਸੋ ਪ੍ਰੋਪੋਗੰਡਾ ਜਿਹੜਾ ਉਹਨਾਂ ਦਾ ਇਸ ਟਾਈਮ ਪੂਰਾ ਜਿਹੜਾ ਆ ਉਹ ਚੱਲ ਰਿਹਾ ਹੈ। ਗੱਲ ਇਹ ਆ ਵੀ ਕੱਲ ਸਾਡੇ ਕਾਲਸ ਵੀ ਆਈਆਂ, ਆਪਾਂ ਜਦੋਂ ਮੈਂ ਕਿਹਾ ਸੀ ਵੀ ਆਪਾਂ ਹਰ ਜਗ੍ਹਾ ਲੰਗਰ ਲਾਉਣ ਤੁਰ ਪੈਂਦੇ ਆ, ਸਾਨੂੰ ਧਿਆਨ ਰੱਖਣਾ ਚਾਹੀਦਾ ਇੱਥੇ ਵੀ ਗੁਰੂ ਘਰਾਂ ਦੇ ਵਿੱਚ ਕਿਹੜੇ ਕਿਹੜੇ ਲੋਕ ਆ ਰਹੇ ਹੈਗੇ ਆ। ਤੁਸੀਂ ਇਹ ਦੇਖੋ ਵੀ ਗੂਗਲ 'ਚ, ਮਾਈਕਰੋਸਾਫਟ 'ਚ, ਫੇਸਬੁੱਕ 'ਚ ਕਿਹੜੇ ਲੋਕ ਕੰਮ ਕਰਦੇ ਜਿਹੜੇ ਤੁਹਾਡੇ ਅਕਾਊਂਟ ਬੰਦ ਕਰਦੇ ਹੈਗੇ ਆ। ਸਾਡਾ ਖੁਦ ਦਾ ਪੰਜਾਬੀ ਰੇਡੀਓ USA ਦਾ ਜਦੋਂ ਕਿਤੇ ਅਸੀਂ ਪੋਸਟ ਪਾ ਦਈਏ ਵੀ ਇਸ ਇਸ਼ੂ ਤੇ ਗੱਲ ਕਰਨੀ ਆ, ਉਹਨੂੰ ਸਪਰੈਸ ਕਰ ਦਿੱਤਾ ਜਾਂਦਾ ਹੈ। ਉਹ ਲੋਕਾਂ ਤੱਕ ਰੀਚ ਹੀ ਨਹੀਂ ਹੁੰਦਾ ਹੈਗਾ। ਸੋ ਵੀ ਤੁਸੀਂ ਇੱਕ ਤਰ੍ਹਾਂ ਨਾਲ ਜਿਹੜੇ ਸੱਪ ਆ ਉਹਨਾਂ ਨੂੰ ਪਾਲ ਰਹੇ ਹੈਗੇ ਆ। ਇਹ ਠੀਕ ਆ ਵੀ ਇਹ ਆਪਣਾ ਸਿਧਾਂਤ ਆ, ਕਿੰਨਾ ਕੁ ਚਿਰ ਸਿਧਾਂਤ ਦੇ ਉੱਤੇ ਅੜ ਕੇ ਤਾਂ ਤੁਸੀਂ ਛਿੱਤਰ ਜਿਹੜੇ ਆ ਉਹ ਖਾਂਦੇ ਰਹੋਗੇ। ਇਹ ਜੋ ਦੁਨੀਆ ਭਰ ਦੇ ਸਿੱਖ ਆ ਉਹਨਾਂ ਨੂੰ ਇਹ ਸੋਚਣਾ ਪੈਣਾ ਹੈਗਾ ਵੀ ਭਾਈ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਭੈਣ ਭਰਾ ਆ ਜਿਹੜੇ ਭੁੱਖੇ ਮਰ ਰਹੇ ਆ, ਜਿਨ੍ਹਾਂ ਦਾ ਉਹ ਕਿਸੇ ਦਾ ਸਾਥ ਆ, ਆਪਣੇ ਪਿੰਡ ਦੇ ਵਿੱਚ, ਆਪਣੇ ਪਿੰਡ ਦੇ ਕਿਸੇ ਗਰੀਬ ਪਰਿਵਾਰ, ਉਹਨਾਂ ਦਾ ਸਾਥ ਦਿਓ। ਬਾਅਦ ਦੇ ਵਿੱਚ ਜਿਹੜੀ ਦੁਨੀਆ ਦੇਖੀ ਜੋ, ਜਿਹੜਾ ਤੁਹਾਡੇ ਹੱਕ 'ਚ ਕੋਈ ਹਾਂ ਦਾ ਨਾਅਰਾ ਹੀ ਨਹੀਂ ਮਾਰਦਾ ਹੈਗਾ, ਕੀ ਤੁਸੀਂ ਉਹਨਾਂ ਨੂੰ ਫਿਰ ਦੁੱਖ ਦੀ ਘੜੀ ਦੇ ਵਿੱਚ ਸਪੋਰਟ ਕਰਕੇ ਜਿਹੜਾ ਖੱਟਣਾ ਹੈਗਾ। ਜੀ ਚਲੋ, ਇਹ ਨਿਆਰਾਪਨ ਆ ਸਿੱਖ ਕੌਮ ਦਾ, ਅਸੀਂ ਕਿਸੇ ਨੂੰ ਇਦਾਂ ਨਹੀਂ ਆ। ਪਰ ਇਹ ਆ ਵੀ ਹਾਂ, ਜੇ ਕੋਈ ਆਪ ਛਕਣ ਆ ਰਿਹਾ ਉਹ ਵੱਖਰੀ ਗੱਲ ਆ, ਧੱਕੇ ਨਾਲ ਉਹਨੂੰ ਛਕਾਉਣ ਜਾਣ ਦੀ ਜਿਹੜੀ ਉਹ ਲੋੜ ਨਹੀਂ ਹੁੰਦੀ। ਇਹ ਜਿਹੜੀ ਉਹ ਚੀਜ਼ ਆ, ਇਹ ਜਿਹਨੂੰ ਲੋੜ ਆ ਉਹੀ ਆ ਕੇ ਜਿਹੜਾ ਉਹ ਛਕੇ। ਬਸ ਐਵੇਂ ਧੱਕੇ ਨਾਲ ਚੱਕ ਕੇ ਮੂੰਹ 'ਚ ਪਾਉਣ ਵਾਲੀ ਗੱਲ ਆ, ਉਸ ਤੋਂ ਗਰੇਜ ਜਿਹੜਾ ਉਹ ਕਰਨਾ ਚਾਹੀਦਾ ਹੈ। ਨਹੀਂ, ਗੁੱਸਾ ਤਾਂ ਰਾਜਕਨਵੀਰ ਸਿੰਘ ਜੀ ਉਦੋਂ ਆਉਂਦਾ ਜਦੋਂ ਟਵਿੱਟਰ ਦੇ ਉੱਤੇ ਨਿਊਜ਼ ਲਿਖੀ ਹੁੰਦੀ ਆ ਤੇ ਥੱਲੇ ਲਿਖਿਆ ਹੁੰਦਾ ਵੀ ਇੱਕ ਖਾਲਿਸਤਾਨੀ ਮਾਰਤਾ, ਹਨਾ। ਉਹ ਨਹੀਂ, ਦੇਖੋ ਹਰਜੋਤ ਸਿੰਘ ਜੀ, ਇਹ ਤਾਂ ਉਹਨਾਂ ਦਾ ਜਿਹੜਾ ਜਲੂਸ ਆ ਉਹ ਨਿਕਲ ਰਿਹਾ ਆ। ਆਪਾਂ ਆਪਣਾ ਕੰਮ ਜਿਹੜਾ ਕਰਨਾ ਆ, ਆਪਾਂ ਉਹ ਚੀਜ਼ਾਂ ਤਾਂ ਨਹੀਂ ਛੱਡ ਸਕਦੇ ਜਿਹੜੇ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤੀਆਂ, ਆਪਾਂ ਨਾ ਹੀ ਉਹ ਛੱਡਣੀਆਂ ਆ। ਤੇ ਇਹ ਜਿਹੜੀ ਚੀਜ਼ ਆ ਵੀ ਗੁੱਸਾ ਆਉਂਦਾ ਆ, ਪਰ ਨਾਲ ਦੇ ਨਾਲ ਉਹਨਾਂ ਦਾ ਦੁਨੀਆ ਭਰ ਦੇ ਵਿੱਚ ਪਰਦਾਫਾਸ਼ ਵੀ ਜਿਹੜਾ ਉਹ ਨਹੀਂ, ਤੁਸੀਂ ਕਹਿ ਸਕਦੇ ਵੀ ਜਿਹੜੀ ਸਰਕਾਰ ਆ ਜਾਂ ਕੁਝ ਲੋਕ, ਪਰ ਜਦੋਂ ਤੁਹਾਡੇ 10,000 ਕਮੈਂਟ ਪਏ ਆ, 10,000 ਦੇ ਵਿੱਚੋਂ 9500 ਕਮੈਂਟ ਤੁਹਾਨੂੰ ਗਾਲਾਂ ਕੱਢਣ ਵਾਲੇ ਆ, ਤੁਹਾਨੂੰ ਹੇਟ ਕਰਨ ਵਾਲੇ ਆ, ਫੇਰ ਤੁਹਾਨੂੰ ਸੋਚਦਾ ਵੀ ਪੂਰੀ ਜਿਹੜੀ ਕੌਮ ਆ ਉਹ ਤੁਹਾਡੇ ਉਲਟ ਕਿੱਦਾਂ ਖੜੀ ਹੋਈ ਹੈਗੀ। ਬਿਲਕੁਲ, ਉਹ ਜਿਹੜੇ ਮੈਜੋਰਟੀ ਵਾਲੇ ਆ ਉਹ ਉਲਟ ਨੇ, ਪਰ ਇਹ ਉਹਨਾਂ ਦਾ ਪਰਦਾਫਾਸ਼ ਹੋ ਰਿਹਾ ਆ। ਸੋ ਇਹ ਰਿਐਲਿਟੀ ਦੁਨੀਆ ਭਰ ਨੂੰ ਵੀ ਜਿਹੜੀ ਇਸ ਦੇ ਵਿੱਚ ਪਤਾ ਲੱਗ ਰਹੀ ਆ, ਤੇ ਜਿਨ੍ਹਾਂ ਦਾ ਅੱਖਾਂ ਤੇ ਪਰਦਾ ਪਿਆ ਆ ਉਹਨਾਂ ਦੀਆਂ ਵੀ ਅੱਖਾਂ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਅਕਸਰ ਜਿਹੜੀਆਂ ਉਹ ਖੁੱਲ੍ਹਦੀਆਂ ਨੇ। ਤੇ ਟਰੱਕਿੰਗ ਵਾਲੇ ਪਾਸੇ ਨੂੰ ਆਪਾਂ ਗੱਲਬਾਤ ਕਰਦੇ ਹਾਂ, ਉਸ ਪਾਸੇ ਵੱਲ ਨੂੰ ਮੁੜਦੇ ਹਾਂ। ਗੱਲਬਾਤ ਕਰੀਏ ਰਮਨ ਜੀ, ਮਾਰਕੀਟ ਦੇ ਵਿੱਚ ਕੀ ਕੰਡੀਸ਼ਨਸ ਆ, ਜੇ ਆਪਾਂ ਉਸ ਤੋਂ ਸ਼ੁਰੂਆਤ ਕਰੀਏ। ਬਿਲਕੁਲ ਰਾਜਕਰਨ ਜੀ, ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਇਸ ਵੇਲੇ ਸਿਚੁਏਸ਼ਨ ਹੈਗੀ ਹੈ, ਜਿੱਦਾਂ ਕਿ ਆਪਾਂ ਆਮ ਤੌਰ 'ਤੇ ਗੱਲ ਕਰਦੇ ਆ ਰਹੇ ਹਾਂ ਪਿਛਲੇ ਕਈ ਮਹੀਨਿਆਂ ਤੋਂ, ਕਿ ਜਿਹੜੀ ਹਾਰਸ਼ ਵਿੰਟਰ ਹੈਗੀ ਆ ਆਪਣੀ, ਕਾਫੀ ਜਿਹੜੀ ਆ ਬਰਸਾਤਾਂ ਦਾ ਵੀ ਸਮਾਂ ਚੱਲ ਰਿਹਾ ਹੈਗਾ। ਸੋ ਇਹਦੇ ਕਰਕੇ ਜਿਹੜਾ ਬਿਡਿੰਗ ਸੀਜ਼ਨ ਹੈਗਾ, ਜਿਹੜਾ ਬਿਡਿੰਗ ਸਟਾਰਟ ਹੋਈ ਹੈਗੀ ਆ, ਉਹ ਕਾਫੀ ਬੰਪੀ ਸਟਾਰਟ ਹੈਗੀ ਆ ਇਸ ਵੇਲੇ। ਉਹਦੇ ਵਿੱਚ ਕੋਈ ਏਡਾ ਮਤਲਬ ਵਾਧਾ ਹੋਇਆ, ਲੇਕਿਨ ਰੇਟਸ ਦੇ ਉੱਤੇ ਸਟਿਲ ਜਿਹੜਾ ਬਲੱਡ ਬੈਥ ਚੱਲ ਰਿਹਾ ਹੈਗਾ, ਰੇਟ 'ਤੇ ਸਟਿਲ ਜਿਹੜਾ ਆ ਇਹ ਸਿਚੁਏਸ਼ਨ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਰੇਟਸ ਜਿਹੜੇ ਆ ਉਹ ਕਾਫੀ ਕੰਪੈਰਡ ਤੇ ਕਾਫੀ ਘੱਟ ਹੈਗੇ ਆ। ਇਹਦੇ ਨਾਲ ਜਿਹੜਾ ਇਸ ਵੇਲੇ ਹੋਰ ਚੀਜ਼ ਜਿਹੜੀਆਂ ਦੂਸਰੀਆਂ ਗੱਲਾਂ ਵੀ ਜਿਹੜੀਆਂ ਹੋ ਰਹੀਆਂ ਹੈਗੀਆਂ, ਉਹ ਵੀ ਕਾਫੀ ਇੰਪੋਰਟੈਂਟ ਹੈਗੀਆਂ। ਜਿਹੜੀ ਫਲੈਕਸਪੋਰਟ ਹੈਗੀ ਆ ਕੰਪਨੀ, ਉਹਨਾਂ ਨੇ ਜਿਹੜਾ ਕੌਨਵੋਏ ਜਿਹੜੀ ਕੰਪਨੀ ਬੰਦ ਹੋਈ ਸੀ, ਉਹਨਾਂ ਦਾ ਜਿਹੜਾ ਪਲੈਟਫਾਰਮ ਹੈ ਰੀਲਾਂਚ ਕੀਤਾ ਹੈਗਾ, ਟਰਾਈਂਗ ਟੂ ਰਿਵਾਈਵ ਕਿ ਜਿੰਨਾ ਕੁ ਉਹਨਾਂ ਦੇ ਕੋਲੋਂ ਇਸ ਵੇਲੇ ਹੋ ਸਕਦਾ ਹੈਗਾ। ਸਿਰ ਜਿਹੜੀ ਡਿਜੀਟਲ ਬ੍ਰੋਕਰੇਜ ਜਿਹੜੀ ਬੰਦ ਹੋਈ ਸੀਗੀ, ਉਹਨੂੰ ਫਲੈਕਸਪੋਰਟ ਨੇ ਸਟਾਰਟ ਕਰਨ ਦੀ ਟਰਾਈ ਕੀਤੀ ਹੈਗੀ ਆ। ਪਰ ਇਸ ਵੇਲੇ ਕਾਫੀ ਚਾਂਸਿਸ ਜਿਹੜੇ ਆ ਬੜੇ ਖਤਰਨਾਕ ਹੈਗੇ ਆ, ਕਿਉਂਕਿ ਹਰ ਪਾਸਿਓਂ ਜਿਹੜਾ ਪ੍ਰੋਬਲਮ ਹੈਗੀ ਆ ਉਹ ਖੜੀ ਹੋ ਰਹੀ ਆ। ਜਿਵੇਂ ਕਿ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਪਹਿਲਾਂ ਤੋਂ ਸ਼ੁਰੂ ਤੋਂ ਹੀ ਵੀ ਆਪਾਂ ਟਰੱਕਿੰਗ ਕੰਪਨੀ ਦੇ ਬਾਰੇ 'ਚ ਗੱਲ ਕਰਦੇ ਹਾਂ, ਟਰੱਕਿੰਗ ਕੰਪਨੀਜ਼ ਜਿਹੜੀਆਂ ਬੈਂਕਰਪਟ ਹੋ ਰਹੀਆਂ। ਫਿਰ ਆਪਾਂ ਬ੍ਰੋਕਰਸ ਦੇ ਬਾਰੇ 'ਚ ਗੱਲ ਕੀਤੀ, ਬ੍ਰੋਕਰਸ ਬੈਂਕਰਪਸੀ ਫਾਈਲ ਕਰ ਰਹੇ ਆ, ਜਾਂ ਟੈਕ ਕੰਪਨੀਆਂ ਜਾਂ ਜਿਹੜੀਆਂ IT ਕੰਪਨੀਆਂ ਹੈਗੀਆਂ, ਕੌਨਵੇ ਵਰਗੀਆਂ, ਇਹਨਾਂ ਦੇ ਵੱਲੋਂ ਵੀ ਸ਼ਟ ਡਾਊਨ ਕੀਤਾ ਜਾ ਰਿਹਾ। ਤੇ ਹੁਣ ਜਿਹੜਾ ਹੈਗਾ ਕਿ ਟੈਕਸਸ ਦੀ ਇੱਕ ਫੈਕਟਰਿੰਗ ਕੰਪਨੀ ਹੈਗੀ ਆ GNET ਕਰਕੇ, ਉਹਨੇ ਵੀ ਜਿਹੜਾ ਆ ਉਹ ਬੈਂਕਰਪਸੀ ਜਿਹੜੀ ਆ ਫਾਈਲ ਕੀਤੀ ਹੈ, ਜੈਨੇਸਿਸ ਨੈਟਵਰਕ ਟੈਲੀਕਾਮ। ਇਹ ਕੰਪਨੀ ਦੇ ਖਿਲਾਫ ਫੈਡੈਕਸ ਵੱਲੋਂ ਜਿਹੜਾ ਅਕਤੂਬਰ 2023 ਦੇ ਵਿੱਚ ਲਾਸਆਊਟ ਕੀਤਾ ਗਿਆ ਸੀ $67 ਮਿਲੀਅਨ ਦਾ। ਤੇ ਜਦੋਂ ਹੈਰਾਨੀਜਨਕ ਚੀਜ਼ ਇਹ ਹੈ ਕਿ ਜਦੋਂ ਇਹ ਕੰਪਨੀ 2005 ਦੇ ਵਿੱਚ ਸ਼ੁਰੂ ਕੀਤੀ ਗਈ ਸੀਗੀ ਫਾਈਨੈਂਸਿੰਗ ਸੋਲਿਊਸ਼ਨ ਦੇ ਲਈ, ਤੇ
ਅੱਜ ਜਦੋਂ ਇਹਨਾਂ ਨੇ ਬੈਂਕਰਪਸੀ ਕੱਲ ਫਾਈਲ ਕੀਤੀ ਆ ਤਾਂ ਇਹਨਾਂ ਦੇ ਜਿਹੜੇ ਐਸੈਟਸ ਹੈਗੇ ਆ ਉਹ ਸਿਰਫ $50,000 ਦੇ ਐਸੈਟ ਸ਼ੋ ਹੁੰਦੇ ਆ ਤੇ ਇਹਨਾਂ ਦੀ ਜਿਹੜੀ ਲਾਇਬਿਲਿਟੀਜ਼ ਹੈਗੀ ਆ ਉਹ 100 ਤੋਂ 500 ਮਿਲੀਅਨ ਦੀ ਲਾਇਬਿਲਿਟੀ ਜਿਹੜੀ ਆ ਸ਼ੋ ਹੋ ਰਹੀ ਆ। ਸੋ 49 ਕ੍ਰੈਡੀਟਰ ਹੈਗੇ ਇਹਨਾਂ ਦੇ ਤੇ ਇਹ ਵੀ ਕਾਫੀ ਇੱਕ ਇੰਟਰਸਟਿੰਗ ਸਿਚੁਏਸ਼ਨ ਹੈਗੀ ਹੈ ਜਿਹਦੇ ਵਿੱਚ ਕਿ ਇਹਨਾਂ ਨੇ ਜਿਹੜੇ ਇਹਦੇ ਫਾਊਂਡਰ ਹੈਗੇ ਜੇਮਸ ਗੁੱਡਮੈਨ ਉਹਨਾਂ ਵੱਲੋਂ ਪਿਛਲੇ 3 ਸਾਲਾਂ ਦੇ ਵਿੱਚ ਕਾਫੀ ਉਹਨਾਂ ਦੇ ਲਾਸੂਟ ਜਿਹੜੇ ਆ ਹੋ ਰਹੇ ਹੈਗੇ ਆ। ਉਹਨਾਂ ਦੀ ਜਿਹੜੀ ਐਫੀਲੀਏਟ ਕੰਪਨੀ ਹੈਗੀ ਆ ਏਰੀਆ ਸੋਲਿਊਸ਼ਨ ਇੰਕ ਉਹ ਵੀ ਜਿਹੜੀ ਆ ਬੰਦ ਹੋ ਚੁੱਕੀ ਆ। ਸੋ ਇਹ ਵੀ ਜਿਹੜਾ ਡਿਫਰੈਂਟ ਐਂਗਲ ਤੋਂ ਜਿਹੜਾ ਦੇਖਣ 'ਚ ਆ ਰਿਹਾ ਕਿ ਆਪਾਂ ਦੇਖਦੇ ਹੁੰਦੇ ਸੀਗੇ ਕਿ ਯੂਜ਼ਲੀ ਜਿਹੜੇ ਡਾਊਨ ਟਰਨ ਹੁੰਦੇ ਆ ਉਹਨਾਂ ਦੇ ਵਿੱਚ ਟਰੱਕਿੰਗ ਕੰਪਨੀਆਂ ਸਾਰਿਆਂ ਨਾਲੋਂ ਜ਼ਿਆਦਾ ਪਹਿਲਾਂ ਜਿਹੜੀਆਂ ਫਾਲ ਅਪਾਰਟ ਹੁੰਦੀਆਂ, ਪਰ ਇਸ ਵਾਰੀ ਦੇਖਣ ਦੀ ਗੱਲ ਹੈ ਕਿ ਮਤਲਬ ਹਰ ਇੱਕ ਏਰੀਆ ਜਿਹੜਾ ਹੈਗਾ ਟਰੱਕਿੰਗ ਦਾ ਉਹ ਇਸ ਵੇਲੇ ਹਰਟ ਹੋ ਰਿਹਾ ਹੈਗਾ। ਹਰ ਇੱਕ ਏਰੀਏ ਦੇ ਵਿੱਚ ਜਿਹੜੀ ਆ ਪ੍ਰੋਬਲਮ ਖੜੀ ਹੋ ਰਹੀ ਆ, ਠੀਕ ਹੈ ਨਾ। ਤੇ ਇਹਦੇ ਨਾਲ ਨਾਲ ਆਪਾਂ ਇੱਕ ਚੀਜ਼ ਜਿਹੜੀ ਆ ਸਾਰਿਆਂ ਨਾਲੋਂ ਜ਼ਰੂਰੀ ਆ ਇਸ ਵੇਲੇ ਉਹ ਗੱਲ ਕਰਨ ਵਾਲੀ ਹੈਗੀ ਆ ਕਿ FMCSA ਵੱਲੋਂ ਵਾਰਨਿੰਗ ਦਿੱਤੀ ਗਈ ਹੈ ਕਿ ਜਿਹੜੇ ਸਕੈਮਸ ਹੈਗੇ ਆ ਇਸ ਵੇਲੇ ਬਹੁਤ ਵੱਡੇ ਸਕੈਮਸ ਚੱਲ ਰਹੇ ਹੈਗੇ। ਇੱਕ ਅੱਜ ਕੱਲ੍ਹ ਈਮੇਲ ਆ ਰਹੀ ਹੈਗੀ ਆ FMCSA ਵੱਲੋਂ ਸ਼ੋ ਕਰਦੀ ਆ ਕਿ ਤੁਹਾਡੇ ਕੋਲੋਂ ਉਹ ਤੁਹਾਡਾ ਸੇਫਟੀ ਆਡਿਟ ਜਿਹੜਾ ਆ ਉਹ ਆਇਆ ਹੈਗਾ ਤੇ ਆਪਣੀ ਆ ਜਿਹੜੀ ਇਨਫੋਰਮੇਸ਼ਨ ਆ ਇਹ ਸਾਨੂੰ ਸਬਮਿਟ ਕਰੋ। ਤੇ ਉਹ ਜਿਹੜੀ ਈਮੇਲ ਹੈਗੀ ਆ ਉਹ ਟੋਟਲੀ ਵੈਰੀ ਕਨਵਿੰਸਿੰਗ ਹੈਗੀ ਆ ਈਮੇਲ, ਪਰ ਉਹ ਈਮੇਲ ਜਿਹੜੀ ਆ ਉਹ ਫਰਾਡ ਹੈਗੀ ਆ, ਉਹ ਸਕੈਮ ਹੈਗੀ ਆ। ਸੋ ਪਲੀਜ਼ ਜਦੋਂ ਆਪਾਂ ਕਹਿੰਦੇ ਨਾ ਡਬਲ ਬ੍ਰੋਕਰਿੰਗ ਦਾ ਫਰਾਡ ਹੁੰਦਾ ਕਿਸੇ ਨਾਲ ਜਾਂ ਸਾਡੀ MC ਯੂਜ਼ ਹੋ ਰਹੀ ਹੈ ਜਾਂ ਸਾਡਾ ਉਹ ਇੱਦਾਂ ਦੀ ਈਮੇਲ ਤੋਂ ਕੰਮ ਸ਼ੁਰੂ ਹੁੰਦਾ ਜਿੱਥੇ ਕਿ ਤੁਸੀਂ ਆਪਣੀ ਇਨਫੋਰਮੇਸ਼ਨ ਉਹਨਾਂ ਨੂੰ ਪ੍ਰੋਵਾਈਡ ਕਰ ਦਿੰਦੇ ਆ। ਤੁਹਾਡੀ ਇਨਫੋਰਮੇਸ਼ਨ ਲੈ ਕੇ ਜਿੱਥੇ ਜਿੱਦਾਂ ਕਿ ਆਪਾਂ ਕਈ ਵਾਰੀ ਪਿੱਛੇ ਵੀ ਗੱਲ ਕੀਤੀ ਸੀ ਕਿ ਡਰਾਈਵਰ ਲਾਇਸੈਂਸ ਮੰਗਿਆ ਜਾਂਦਾ ਆ, ਕਈ ਕੁਛ ਮੰਗਿਆ ਜਾਂਦਾ ਆ। ਸੋ ਇਹ ਸਾਰੀਆਂ ਚੀਜ਼ਾਂ ਲੈ ਕੇ ਜਿਹੜੀ FMCSA ਦੀ ਸਾਈਟ ਆ ਸੇਫਰ ਦੇ ਉੱਤੇ ਜਾ ਕੇ MC 150 ਫਾਰਮ ਹੈਗਾ। MC 150 ਫਾਰਮ ਜਿਹੜਾ ਆ ਉਹ ਅਪਡੇਟ ਕਰ ਦਿੱਤਾ ਜਾਂਦਾ, ਤੁਹਾਡੀ ਇਨਫੋਰਮੇਸ਼ਨ ਚੇਂਜ ਕਰ ਦਿੱਤੀ ਜਾਂਦੀ ਹੈ ਉੱਥੇ ਜਾ ਕੇ ਤੇ ਫਿਰ ਉਹ ਚੇਂਜ ਇਨਫੋਰਮੇਸ਼ਨ ਦੇ ਉੱਤੇ ਤੁਹਾਡੇ ਨਾਂ ਦੇ ਉੱਤੇ ਲੋਡ ਲਏ ਜਾਂਦੇ ਆ। ਸੋ ਪਲੀਜ਼ ਜੇ ਤੁਹਾਨੂੰ ਇੱਦਾਂ ਦੀ ਕੋਈ ਈਮੇਲ ਆ ਰਹੀ ਆ ਜਿਹਦੇ ਵਿੱਚ ਕਿ ਤੁਹਾਨੂੰ FMCSA ਵੱਲੋਂ ਸੇਫਟੀ ਆਡਿਟ ਦੀ ਗੱਲ ਕੀਤੀ ਗਈ ਆ, ਉਸ ਈਮੇਲ ਨੂੰ ਟੋਟਲੀ ਹੀ ਇਗਨੋਰ ਕਰ ਲਿਓ ਕਿ FMCSA ਵੱਲੋਂ ਇੱਦਾਂ ਸੇਫਟੀ ਵਾਰਨਿੰਗ ਜਾਂ ਸੇਫਟੀ ਆਡਿਟ ਜਿਹੜਾ ਇੱਦਾਂ ਨਹੀਂ ਦਿੱਤਾ ਜਾਂਦਾ। ਸੋ ਦੂਸਰੀ ਚੀਜ਼ ਜਿਹੜੀ ਆ ਕਿ ਜਿਹੜਾ ਆਪਣਾ MC 150 ਹੈਗਾ ਉਹਨੂੰ ਰੈਗੂਲਰਲੀ ਅਪਡੇਟ ਕਰੋ। ਜਿੱਦਾਂ ਕਿ ਆਪਾਂ ਮੇਰੇ ਖਿਆਲ 3-4 ਮਹੀਨੇ ਪਹਿਲਾਂ ਦੀ ਗੱਲ ਵੀ ਆ, ਉਦੋਂ FMCSA ਵੱਲੋਂ ਜਿਹੜਾ MC 150 ਫਾਰਮ ਸੀਗਾ ਉਹ ਪਹਿਲਾਂ 2 ਸਾਲ ਦੇ ਵਿੱਚ ਇੱਕ ਵਾਰੀ ਹੁੰਦਾ ਸੀਗਾ, ਲੇਕਿਨ ਉਹ ਕੋਈ ਵੀ ਕਰ ਸਕਦਾ ਸੀਗਾ। ਹੁਣ ਜਿਹੜਾ ਫਸਟ ਰਜਿਸਟਰਡ ਓਨਰ ਹੈਗਾ ਉਹ ਹੀ ਚੇਂਜ ਕਰ ਸਕਦਾ ਹੈਗਾ। ਸੋ ਇਹ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਇਸ ਵੇਲੇ ਧਿਆਨ ਦੇਣ ਯੋਗ ਆ ਕਿਉਂਕਿ ਮਾਰਕੀਟ ਅੱਗੇ ਹੀ ਬਹੁਤ ਜ਼ਿਆਦਾ ਹਾਲਾਤ ਮਾੜੇ ਆ ਤੇ ਇੱਦਾਂ ਦਾ ਜਿਹੜਾ ਸਕੈਮ ਆ, ਇੱਦਾਂ ਦੀ ਜਿਹੜੀ ਧੱਕਾ ਆ ਉਹ ਮਾੜਾ ਜਿਹਾ ਵੀ ਤੁਹਾਡੇ ਨਾਲ ਹੋ ਜਾਂਦਾ ਤਾਂ ਬਹੁਤ ਵੱਡੀ ਜਿਹੜੀ ਆ ਇਸ਼ੂ ਖੜੇ ਹੋ ਜਾਂਦੇ ਆ। ਜੀ ਸੋ ਬਿਲਕੁਲ ਫਰੇਟ ਵੇਵਸ ਰਿਪੋਰਟ ਕਰ ਰਿਹਾ ਅੱਜ ਕੋਈ ਬੰਪੀ ਸਟਾਰਟ ਟਰੱਕਿੰਗ ਦੇ ਵਿੱਚ ਹੈਗਾ। ਈਵਨ JV ਹੰਟ ਵਰਗੀ ਕੰਪਨੀ ਵੀ ਇਹ ਕਹਿ ਰਹੀ ਆ ਵੀ ਜੋ ਪੋਰਟਸ ਹੈਗੇ ਆ ਲਾਸ ਐਂਜਲਸ ਤੇ ਲੌਂਗ ਬੀਚ ਜਿੱਥੇ ਹਰ ਸਾਲ 20% ਤੋਂ ਵੱਧ ਇਨਕਰੀਜ਼ ਹੁੰਦਾ ਸੀ ਤੇ ਉੱਥੇ ਹਜੇ ਕੁਝ ਵਾਪਰ ਨਹੀਂ ਰਿਹਾ। ਸੇਮ ਹੀ ਰੇਲ ਪਾਰਟਨਰ ਉਹਨਾਂ ਦਾ VNSF ਉੱਥੇ ਵੀ ਇਹ ਕੁਝ ਵਾਪਰਿਆ। JV ਹੰਟ ਦੇ ਸਟਾਕ 5.7% ਜਿਹੜੇ ਡਾਊਨ ਗਏ ਹੈਗੇ ਆ। ਕਹਿੰਦੇ ਵੀ ਟਰੱਕਿੰਗ ਦੇ ਵਿੱਚ ਜਿਹੜਾ ਪ੍ਰਾਈਸਿੰਗ ਆ ਇਹ ਮੇਨ ਵਨ ਵੇ ਪਾਰਟ ਆਫ ਆਵਰ ਬਿਜ਼ਨਸ ਹੁੰਦਾ ਆ ਹਨਾ। ਤੇ ਜਿਹੜੇ JV ਹੰਟ ਦੇ ਪ੍ਰੈਜ਼ੀਡੈਂਟ ਸ਼ੈਲੀ ਸਿੰਪਸਨ ਆ ਉਹਨਾਂ ਨੇ ਕਿਹਾ ਵੀ ਹਜੇ ਸਾਡੀਆਂ ਨੈਗੋਸ਼ੀਏਸ਼ਨ ਚੱਲ ਰਹੀਆਂ, ਜਿਹੜੇ ਨਵੇਂ ਸਾਲ ਦੇ ਕੰਟਰੈਕਟ ਹੋਣੇ ਸਿਰਫ 20% ਜਿਹੜੇ ਨੈਗੋਸ਼ੀਏਸ਼ਨਸ ਆ ਉਹ ਕੰਪਲੀਟ ਹੋਈਆਂ ਹੈਗੀਆਂ। ਸੋ ਜਿਹੜੀ ਸਿਚੁਏਸ਼ਨ ਆ ਯੂਜ਼ਲੀ ਕੀ ਹੁੰਦਾ ਕਹਿੰਦੇ ਵੀ ਜਿਹੜਾ ਟਰੱਕਿੰਗ ਦਾ ਰਿਸੈਸ਼ਨ ਆ ਜਾਂ ਉਹ ਕਹਿ ਲਓ ਫਰੇਟ ਰਿਸੈਸ਼ਨ ਆ ਉਹ ਬਹੁਤ ਲੰਮਾ ਨਹੀਂ ਹੁੰਦਾ, ਪਰ 21 ਮਹੀਨੇ ਹੋ ਗਏ ਆ ਇਹ ਰਿਪੋਰਟ ਕਰ ਰਹੇ ਹੈਗੇ ਆ। ਯੂਜ਼ਲੀ ਕਹਿੰਦੇ ਇਹ ਲੰਮਾ ਆ ਪਹਿਲਾਂ ਨਾਲੋਂ ਤੇ ਹਜੇ ਹੁਣ ਤੁਸੀਂ ਹਿਸਾਬ ਲਾ ਲਓ ਉਧਰ ਵੈਦਰ ਵੀ ਬੜਾ ਡਾਊਨ ਚੱਲ ਰਿਹਾ, ਬਹੁਤ ਖਰਾਬ ਚੱਲ ਰਿਹਾ ਹੈਗਾ ਤੇ ਇਸ ਸਾਲ ਕਿੱਦਾਂ ਦੀ ਸਿਚੁਏਸ਼ਨ ਹੋਊਗੀ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਓਵਰਆਲ ਅੱਜ ਜੋ ਫਰੇਟ ਵੇਵਸ ਨੇ ਰਿਪੋਰਟ ਕੀਤਾ ਹੈ ਉਹ ਆਪਾਂ ਰਮਨ ਭਾਜੀ ਨੇ ਤੇ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਜੀ।
ਬਿਲਕੁਲ ਤੇ ਰਮਨ ਜੀ ਇੱਕ ਜਿਹੜੀ ਇੱਕ ਇਹ ਵੀ ਚਰਚਾ ਜਿਹੜੀ ਨਵੀਂ ਸੁਣ ਰਹੇ ਹੈਗੇ ਆ, ਬਾਕੀ ਜੇ ਸਰੋਤੇ ਤੁਹਾਡਾ ਕੋਈ ਟਰੈਕਿੰਗ ਨੂੰ ਲੈ ਕੇ ਸਵਾਲ ਆ ਕਾਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਹੈ 408 272 5200 4082725200। ਟਰੈਕਿੰਗ ਦੇ ਵਿੱਚ ਇੱਕ ਕੁਛ ਇਲਾਕਿਆਂ ਦੇ ਵਿੱਚ ਇਹ ਵੀ ਚੀਜ਼ ਨਵੀਂ ਸੁਣਨ ਨੂੰ ਮਿਲ ਰਹੀ ਆ, ਚੋਰੀ ਦੇ ਲੋਡਾਂ ਵਾਲਾ ਕੰਮ ਬੜਾ ਜਿਹੜਾ ਉਹ ਤੁਰਿਆ ਪਿਆ ਹੈ। ਕੀ ਹੈ ਰਮਨ ਜੀ ਇਸ ਪੂਰੇ ਮਾਮਲੇ ਦੇ ਵਿੱਚ ਕੀ ਚਰਚਾ ਜਿਹੜੀ ਉਹ ਸੁਣ ਰਹੇ ਆ? ਇਹ ਚਰਚਾ ਰੀਸੈਂਟਲੀ ਸੁਣ ਚ ਆਈ ਆ ਕਿ ਕਾਫੀ ਜਿਹੜਾ ਇਸ ਵੇਲੇ ਮਾਮਲਾ ਹੈਗਾ ਇਹ ਚੱਲ ਰਿਹਾ ਹੈਗਾ ਕਿ ਜਿਹਦੇ ਵਿੱਚ ਕਿ ਲੋਡਸ ਵਗੈਰਾ ਜਿਹੜੇ ਆ ਸਟੀਲ ਹੋ ਰਹੇ ਆ, ਜਿੱਦਾਂ ਕਿ ਐਮਾਜ਼ੋਨ ਦੇ। ਤੇ ਕਈ ਵਾਰੀ ਗੱਲ ਵੀ ਆਪਣੇ ਕੋਲ ਵੀ ਕਈ ਵਾਰੀ ਇਹ ਕੁਐਸਚਨ ਆਇਆ ਹੈਗਾ ਕਿ ਐਮਾਜ਼ੋਨ ਦੇ ਜਿਹੜੇ ਟ੍ਰੇਲਰ ਹੈਗੇ ਆ, ਕਈ ਬੰਦਿਆਂ ਨੇ ਕਈ ਮਹੀਨੇ ਤੱਕ ਉਹਨਾਂ ਦੇ ਕੋਲ ਹੋਲਡ ਪਏ ਰਹਿੰਦੇ ਆ ਤੇ ਉਹਨਾਂ ਨੂੰ ਕਲੇਮ ਹੀ ਨਹੀਂ ਕਰ ਰਹੇ ਹੈਗੇ ਐਮਾਜ਼ੋਨ ਵਾਲੇ ਵੀ ਸਾਡਾ ਟ੍ਰੇਲਰ ਹੈ ਜਾਂ ਉਹ ਸਮਾਨ ਲੈਂਦੇ ਨਹੀਂ ਹੈਗੇ। ਸੋ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ ਇਹਦੇ ਵਿੱਚ ਹੁਣ ਸਿਚੁਏਸ਼ਨ ਇਹ ਆ ਰਹੀ ਹੈ ਕਿ ਸੁਣਨ 'ਚ ਇਹ ਆ ਰਿਹਾ ਕਿ ਜਿਹੜੇ ਲੋਕੀ ਹੈਗੇ ਆ ਉਹ ਜਿਵੇਂ ਲੋਡ ਚੋਰੀ ਕਰ ਰਹੇ ਆ ਜਾਂ ਚੋਰੀ ਹੋ ਰਹੇ ਆ, ਔਰ ਜਿਹੜੀ ਹਜ਼ਾਰਾਂ ਲੱਖਾਂ ਡਾਲਰ ਦੀ ਕਮਾਈ ਆ ਮਹੀਨਿਆਂ ਦੇ ਵਿੱਚ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੋ ਰਿਹਾ, ਜਿਹੜਾ ਸੁਣਨ 'ਚ ਆ ਰਿਹਾ। ਮੇਰੇ ਖਿਆਲ ਦੇ ਵਿੱਚ ਇਹ ਅਲਟੀਮੇਟਲੀ ਜਿਹੜਾ ਆ ਇਹ ਆਪਾਂ ਨੂੰ ਐਜ਼ ਅ ਕਮਿਊਨਿਟੀ, ਟਰੱਕਿੰਗ ਇੰਡਸਟਰੀ ਕਮਿਊਨਿਟੀ ਮੈਂ ਗੱਲ ਕਰਦਾ, ਨਾਟ ਜਸਟ ਪੰਜਾਬੀ ਕਮਿਊਨਿਟੀ, ਐਜ਼ ਅ ਟਰੱਕਿੰਗ ਕਮਿਊਨਿਟੀ ਨੂੰ ਇਹ ਬਹੁਤ ਹਰਟ ਕਰਨ ਵਾਲੀਆਂ ਚੀਜ਼ਾਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਜੇ ਤੁਹਾਨੂੰ ਕੋਈ ਵੀ ਇੱਦਾਂ ਦੀ ਆਫਰ ਕਰਦਾ ਹੈਗਾ ਜਾਂ ਤੁਹਾਨੂੰ ਕੋਈ ਵੀ ਇੱਦਾਂ ਦੀ ਗੱਲ ਆਣ ਕੇ ਕਹਿੰਦਾ ਹੈਗਾ, ਸਾਰਿਆਂ ਨੂੰ ਜ਼ਰੂਰੀ ਹੈਗਾ ਕਿ ਰਾਜਕਰਨ ਆਪਾਂ ਨਾ ਬੜੀ ਇੱਕ ਚੀਜ਼ ਤੁਹਾਨੂੰ ਮੈਂ ਦੱਸਦਾ ਹਾਂ ਕਿ ਆਪਾਂ ਹਰ ਇੱਕ ਬੰਦਾ ਜਿਹੜਾ ਆ ਉਹ ਫਰਸਟ੍ਰੇਟਡ ਹੈਗਾ ਇਸ ਵੇਲੇ। ਜੀ ਮੈਂ ਇਹ ਨਹੀਂ ਕਹਿੰਦਾ ਵੀ 100% ਲੋਕੀ ਜਿਹੜਾ ਉਹ ਗਲਤ ਕੰਮ ਕਰ ਰਹੇ ਆ, ਮੇਬੀ 10% ਲੋਕੀ ਗਲਤ ਕੰਮ ਕਰ ਰਹੇ ਆ, ਪਰ 90% ਲੋਕੀ ਫਰਸਟ੍ਰੇਟਡ ਆ ਉਸ 10% ਦੇ ਉੱਤੇ ਵੀ ਯਾਰ ਇਹ ਇੱਦਾਂ ਕਰੀ ਜਾਂਦੇ ਆ ਤੇ ਮੈਂ ਇੱਥੇ ਸਟਰਗਲ ਕਰ ਰਿਹਾ ਹੈਗਾ। ਮੇਰੇ ਖਿਆਲ ਦੇ ਵਿੱਚ ਸਾਰਿਆਂ ਨਾਲੋਂ ਜ਼ਰੂਰੀ ਚੀਜ਼ ਇਹ ਹੈ ਕਿ ਉਹ 90% ਨੂੰ 10% ਦੇ ਬਾਰੇ ਦੇ ਵਿੱਚ ਰਿਪੋਰਟ ਕਰਨੀ ਚਾਹੀਦੀ ਹੈ। ਜਿੰਨੀ ਦੇਰ ਤੱਕ ਤੁਸੀਂ ਰਿਪੋਰਟ ਨਹੀਂ ਕਰਦੇ, ਜਿੰਨੀ ਦੇਰ ਤੱਕ ਤੁਸੀਂ ਕਿਸੇ ਨੂੰ ਕਿਸੇ ਦਾ ਦੱਸਦੇ ਨਹੀਂ, ਉਨੀ ਦੇਰ ਤੱਕ ਅਥਾਰਟੀ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਅੱਜ ਦੀ ਤਰੀਕ ਦੇ ਵਿੱਚ ਜੇ ਆਪਾਂ ਗੱਲ ਕਰੀਏ ਰਾਜਕਰਨ, ਮੈਂ ਇੱਕ ਐਗਜ਼ਾਮਪਲ ਦੇਣ ਲੱਗਾ, ਠੀਕ ਹੈ ਨਾ, ਕਿ ਜਦੋਂ ਆਪਾਂ ਨੂੰ ਪਤਾ ਕਿ ਜੇ ਆਪਾਂ ਕੋਈ ਵੀ ਜਾਣਾ ਘਰੇ ਬੱਚੇ ਦੇ ਕੋਈ ਮਾਰਦਾ ਆ ਜਾਂ ਕਿਸੇ ਦੇ ਬੱਚੇ ਦੇ ਕੋਈ ਕੁੱਟਦਾ ਨਿਸ਼ਾਨ ਆ, ਤੇ ਉਹ ਪਤਾ ਆਪਾਂ ਨੂੰ ਵੀ ਜੇ ਸਕੂਲੇ ਚਲਾ ਗਿਆ ਸਕੂਲ ਵਾਲਿਆਂ ਨੇ ਰਾਈਟ ਵੇ ਰਿਪੋਰਟ ਕਰ ਦੇਣਾ ਹੈ। ਕਿੱਡਾ ਵੱਡਾ ਉਹ ਖੌਫ ਆ, ਉਹਦੇ ਨਾਲ ਕਿੱਡੀ ਵੱਡੀ ਜਿਹੜੀ ਆ ਉਹ ਬਚਤ ਹੁੰਦੀ ਆ, ਚਾਹੇ ਕਹਿ ਲਓ ਬੱਚੇ ਦੀ, ਚਾਹੇ ਜੋ ਵੀ ਆ। ਮਤਲਬ ਆਪਾਂ ਇਹ ਗੱਲ ਨੂੰ ਮਜ਼ਾਕ ਦੇ ਵਿੱਚ ਵੀ ਬਹੁਤ ਵਾਰੀ ਕੀਤਾ ਤੇ ਆਪਾਂ ਇਸ ਗੱਲ ਨੂੰ ਸੀਰੀਅਸਲੀ ਵੀ ਬੜੀ ਵਾਰੀ ਸੋਚਦੇ ਹਾਂ, ਪਰ ਉਸ ਇੱਕ ਡਰ ਦੇ ਨਾਲ ਵੀ ਰਿਪੋਰਟ ਹੋ ਜਾਣੀ ਹੈ। ਜੇ ਇਹ ਡਰ ਹੋਵੇ ਨਾ ਕਿ ਰਿਪੋਰਟ ਹੋ ਜਾਣੀ ਹੈ ਤੇ ਫਿਰ ਇੱਦਾਂ ਦੇ ਕੰਮ ਦੇ ਉੱਤੇ ਠੱਲ ਪੈ ਸਕਦੀ ਹੈ। ਪਰ ਮੇਰੇ ਖਿਆਲ ਦੇ ਵਿੱਚ ਇੱਦਾਂ ਦੀ ਚੀਜ਼ ਕੋਈ ਨਹੀਂ ਕਰਦਾ ਹੈਗਾ, ਨਾ ਹੀ ਕਰਨ। ਸਿਰਫ ਆਪਾਂ ਕੰਪਲੇਂਟ ਕਰਨ ਜੋਗੇ, ਆਪਾਂ ਸਿਰਫ ਰੌਲਾ ਪਾਉਣ ਜੋਗੇ ਆ, ਆਪਾਂ ਉਹਨੂੰ ਚੀਜ਼ ਨੂੰ ਅੱਗੇ ਨਹੀਂ ਤੋਰ ਸਕਦੇ। ਔਰ ਇਹ ਮੇਰੇ ਖਿਆਲ ਤਰਾਸਦੀ ਆ, ਇਹ ਟ੍ਰੈਜਡੀ ਆ ਸਾਡੇ ਨਾਲ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਾਹਮਣੇ ਆਪਣੇ ਦੇਖਦੇ ਹੋਏ ਵੀ, ਸੁਣਦੇ ਹੋਏ ਵੀ ਅਸੀਂ ਕੁਝ ਨਹੀਂ ਕਰਦੇ। ਜੀ ਇਸੇ ਤਰ੍ਹਾਂ ਅੱਜ ਲੈਂਡਲਾਈਨ ਮੈਗਜ਼ੀਨ ਵੀ ਰਿਪੋਰਟ ਕਰ ਰਿਹਾ ਵੀ ਟਰੱਕਿੰਗ ਕੰਪਨੀ ਦਾ ਓਨਰ ਜੋ ਕਾਰਗੋ ਦੀ ਚੋਰੀ ਦੇ ਵਿੱਚ ਇਨਵੋਲਵ ਸੀਗਾ, ਉਸਨੇ ਆਪਣੇ ਆਪ ਨੂੰ ਗਿਲਟੀ ਕਲੀਅਰ ਕਰ ਲਿਆ। ਗੁਰਤੇਜ ਸਿੰਘ, ਇਹ ਆਪਾਂ ਖਬਰ ਸਾਂਝੀ ਕੀਤੀ ਸੀ, ਜਿਹਦਾ ਨਾਮ ਗੈਰੀ ਭੁੱਲਰ ਕਰਕੇ ਵੀ ਆ, ਉਸਨੇ ਕਹਿੰਦੇ ਗਿਲਟੀ ਕਲੀਅਰ ਕਰ ਲਿਆ 1 ਕਾਊਂਟ ਆਫ ਵਾਇਰ ਫਰਾਡ ਇਨ ਫੈਡਰਲ ਕੋਰਟ ਸਦਰਨ ਡਿਸਟ੍ਰਿਕਟ ਆਫ ਓਹਾਇਓ ਦੇ ਵਿੱਚ। ਇਸ ਤੋਂ ਪਹਿਲਾਂ ਮਈ ਮਹੀਨੇ ਦੇ ਵਿੱਚ ਇੱਕ ਕਾਊਂਟ ਤੇ ਉਹਨੂੰ ਇੰਡਾਈਟ ਕੀਤਾ ਗਿਆ ਸੀ, ਕਨਸਪੀਰੇਸੀ ਟੂ ਸਟੀਲ ਫਰੋਮ ਇੰਟਰਸਟੇਟ ਸ਼ਿਪਮੈਂਟਸ। 2 ਕਾਊਂਟ ਸਟੀਲਿੰਗ ਫਰੋਮ ਇੰਟਰਸਟੇਟ ਸ਼ਿਪਮੈਂਟ ਤੇ 1 ਕਾਊਂਟ ਮੇਕਿੰਗ ਏ ਫਾਲਸ ਸਟੇਟਮੈਂਟ। ਇਹ ਜੋ ਗੁਰਤੇਜ ਸਿੰਘ ਆ, ਭੁੱਲਰ ਟਰਾਂਸਪੋਰਟ ਗਰੁੱਪ, ਰੋਧਕ ਟਰਾਂਸਪੋਰਟੇਸ਼ਨ ਤੇ ਸ਼ੋ ਟਾਈਮ ਕੈਰੀਅਰਸ, ਇਹਨਾਂ ਦਾ ਇਹ ਮਾਲਕ ਸੀ ਤੇ ਇੱਕ ਕਾਰਗੋ ਸੋਲੂਸ਼ਨਸ ਐਕਸਪ੍ਰੈਸ ਉਹਦਾ ਮੈਨੇਜਰ ਵੀ ਸੀ। ਜੀ ਜੀ ਬਿਲਕੁਲ ਭਾਈ, ਇਦਾਂ ਦੇ ਕੰਮ ਨਾ ਕਰੋ, ਫਿਰ ਇਵੈਂਚੁਅਲੀ ਫਸ ਜਾਂਦੇ ਆ ਤੇ ਫਿਰ ਬਦਨਾਮੀ ਹੁੰਦੀ, ਉਹ ਆਪਣੀ ਵੀ ਹੁੰਦੀ ਹੈ। ਤੇ ਫਿਰ ਕਿਉਂਕਿ ਚਿਹਰਾ ਮੋਹਰਾ ਤੇ ਨਾ ਉੱਦਾਂ ਦਾ ਹੁੰਦਾ ਤੇ ਫਿਰ ਉਹਦੇ ਵਿੱਚ ਬਾਕੀਆਂ ਨੂੰ ਵੀ ਉਸ ਮਾਰ ਨੂੰ ਜਿਹੜਾ ਉਹ ਝੱਲਣਾ ਪੈਂਦਾ। ਸਟੀਰੀਓਟਾਈਪਿੰਗ ਜਿਹੜੀ ਉਹ ਹੋ ਜਾਂਦੀ ਹੈ। ਤੇ ਹੁਣ ਇਵੈਂਚੁਅਲੀ ਜਿੱਦਾਂ ਹੁਣ ਰਮਨ ਜੀ ਦੱਸ ਰਹੇ, ਜਿਹੜੀ ਇਹ ਚਰਚਾ ਸੁਣੀ ਹੈ, ਜਦੋਂ ਇਹ ਵੀ ਫੜ ਹੋਣੇ ਆ ਤਾਂ ਫਿਰ ਪਤਾ ਲੱਗਣਾ ਵੀ ਕਿਤੇ ਕੁਛ ਆ ਜਾਂ ਕਿਵੇਂ ਆ। ਤੇ ਰਮਨ ਜੀ ਇਸ ਚੀਜ਼ ਤੋਂ ਬਚਾਅ ਕਿੱਦਾਂ ਕਰਨਾ ਆ? ਲਾਲਚ ਦਾ ਤਾਂ ਚਲੋ ਕੋਈ ਹੈ ਨਹੀਂ, ਟਿਕਾਣਾ ਹੀ ਨਹੀਂ ਹੈਗਾ ਵੀ ਉਹ ਕਿਸੇ ਪਾਸੇ ਵੀ ਨਹੀਂ। ਹੁਣ ਜਿਨ੍ਹਾਂ ਦੇ ਲੋਡ, ਜਿੱਦਾਂ ਐਮਾਜ਼ੋਨ ਤੁਸੀਂ ਕਿਹਾ ਵੀ ਉਹ ਕਲੇਮ ਨਹੀਂ ਕਰਦੇ ਹੈਗੇ,
ਤਾਂ ਫਿਰ ਉਹਨਾਂ ਕੇਸਾਂ ਦੇ ਵਿੱਚ ਕੀ ਕਰਨਾ? ਆਪਣੇ ਵੀ ਇੱਕ ਦੋ ਵਾਰੀ ਕਾਲ ਆਈ ਆ ਵੀ ਉਹ ਬੰਦੇ ਲੋਡ ਰੱਖੀ ਬੈਠੇ ਆ ਵੀ ਭਾਈ ਉਹ ਕਲੇਮ ਨਹੀਂ ਕਰ ਰਹੇ ਵੀ ਸਾਡਾ ਨਹੀਂ ਇਹ ਨਹੀਂ ਆ, ਉਹਨਾਂ ਦਾ ਫਿਰ ਨੈਕਸਟ ਕੋਰਸ ਆਫ ਐਕਸ਼ਨ ਕੀ ਹੋ ਸਕਦਾ ਹੁੰਦਾ? ਦੇਖੋ ਉਹਦੇ ਵਿੱਚ ਇੱਕ ਕਈ ਲਾਜ਼ ਹੈਗੇ ਆ ਕਿ ਜਿਹਦੇ ਵਿੱਚ ਤੁਸੀਂ ਜਿਹੜੀ ਪ੍ਰਾਪਰਟੀ ਹੈਗੀ ਆ ਉਹ ਜਦੋਂ ਤੁਸੀਂ ਬੇਸਿਕਲੀ ਉਹਨਾਂ ਦਾ ਕੰਟਰੈਕਟ ਸਾਈਨ ਕਰਦੇ ਆ, ਤੁਸੀਂ ਕੰਟਰੈਕਟ ਦੇ ਵਿੱਚ ਦੇਖਣਾ ਹੈਗਾ ਕਿ ਉਹਨਾਂ ਨੇ ਕੀ ਉਹਦੇ ਵਿੱਚ ਕੰਟਰੈਕਟ 'ਚ ਲਿਖਿਆ ਹੈਗਾ। ਮੇਰੀ ਇੱਕ ਦੋ ਵਾਰੀ ਲਾਇਰਸ ਦੇ ਨਾਲ ਵੀ ਗੱਲ ਹੋਈ ਹੈਗੀ ਆ ਇਸ ਮਾਮਲੇ ਦੇ ਵਿੱਚ, ਤੇ ਉਹ ਕਹਿੰਦੇ ਕਿ ਜਿਹੜਾ ਕੰਟਰੈਕਟ ਹੈਗਾ ਪਹਿਲਾਂ ਤੁਹਾਨੂੰ ਕੰਟਰੈਕਟ ਪੜ੍ਹਨਾ ਪੈਣਾ ਕਿ ਤੁਸੀਂ ਵਾਟ ਯੂ ਆਰ ਕੰਟਰੈਕਟ ਫॉर, ਠੀਕ ਹੈ ਨਾ। ਤੇ ਜੇ ਉਹਦੇ ਵਿੱਚ ਕੁਝ ਵੀ ਇਦਾਂ ਦਾ ਮਸਲਾ ਹੈਗਾ ਜਿਹਦੇ ਵਿੱਚ ਕਿ ਤੁਸੀਂ ਲਾਇਬਲ ਹੈਗੇ ਆ, ਤੇ ਦੈਨ ਯੂ ਨੀਡ ਟੂ ਫਿਗਰ ਇਟ ਆਊਟ ਕਿ ਉਹਦਾ ਕੀ ਸੋਲੂਸ਼ਨ ਹੈਗਾ। ਜੇ ਉਹਦੇ ਵਿੱਚ ਕਿਉਂਕਿ ਦੇਖੋ ਲਾਇਬਿਲਿਟੀਜ਼ ਤੇ ਜੇ ਆਪਾਂ ਕਹੀਏ ਕਿ ਟਰੱਕਿੰਗ ਕੰਪਨੀ ਦੀ ਹੈਗੀ ਆ, ਪਰ ਜੇ ਹੁਣ ਟਰੱਕਿੰਗ ਕੰਪਨੀ ਉਹਨਾਂ ਦੇ ਸਾਹਮਣੇ ਖੜੀ ਆ ਲੈ ਕੇ ਤੇ ਉਹ ਨਹੀਂ ਲੈ ਰਹੇ ਹੈਗੇ, ਦੈਨ ਦੈਟ ਇਜ਼ ਦੇਅਰ ਪ੍ਰੋਬਲਮ, ਹੈ ਨਾ। ਸੋ ਆਈ ਥਿੰਕ ਥੋੜ੍ਹੀ ਬਹੁਤ ਲਾਇਰ ਦੀ ਹੈਲਪ ਜਿਹੜੀ ਹੈ ਇਹੋ ਜਿਹੇ ਕੇਸਿਸ ਦੇ ਵਿੱਚ ਜ਼ਰੂਰ ਲਓ। ਜੇ ਤੁਹਾਡੇ ਕੋਲ ਇੱਦਾਂ ਦਾ ਕੋਈ ਲੋਡ ਫਸਿਆ ਹੈਗਾ, ਕੋਈ ਇੱਦਾਂ ਦੀ ਚੀਜ਼ ਫਸੀ ਹੈਗੀ ਆ, ਤੇ ਤੁਸੀਂ ਉਹਨੂੰ ਜ਼ਰੂਰ ਉਹਦੀ ਜਿਹੜੀ ਆ ਲਾਇਰ ਦੀ ਹੈਲਪ ਲੈ ਸਕਦੇ ਆ। ਆਈ ਡੋਂਟ ਥਿੰਕ ਸੋ ਕਿ ਇਹ ਜਿਹੜੀ ਹੈ ਨਾ ਜਿਹੜੀ ਪ੍ਰੋਬਲਮ ਹੈ, ਇਹ ਜਿਹੜਾ ਇਸ਼ੂ ਹੈਗਾ, ਇਹ ਕਿਉਂਕਿ ਮੋਨੋਪੋਲੀ ਤੇ ਨਹੀਂ ਮੈਂ ਕਹਿ ਸਕਦਾ, ਪਰ ਜ਼ੋਰ ਹੈਗਾ ਕੰਪਨੀਆਂ ਦਾ ਕਿ ਉਹ ਟਰੱਕਰ ਨੂੰ ਇੱਦਾਂ ਕਰ ਸਕਦੀਆਂ, ਪਰ ਜੇ ਉਹ ਇੱਦਾਂ ਦਾ ਕੋਈ ਕੰਮ ਕਰਦੇ ਤੇ ਉਹ ਮਹੀਨੇ ਬਾਅਦ 2 ਮਹੀਨੇ ਬਾਅਦ ਵੀ ਜਾ ਕੇ ਕਲੇਮ ਜਿਹੜਾ ਤੁਹਾਡੇ ਤੇ ਪਾ ਦਿੰਦੇ ਆ ਵੀ ਅਸੀਂ ਫਲਾਣੇ ਥਾਂ ਫਲਾਣਾ ਫਰੇਟ ਲਿਆ ਸੀਗਾ ਤੇ ਉਹਦਾ ਟੈਂਪਰੇਚਰ ਜਿਹੜਾ ਆ ਉਹ ਲੋ ਆਇਆ ਸੀਗਾ, ਜਾਂ ਟੈਂਪਰੇਚਰ ਇੱਦਾਂ ਆਇਆ ਸੀਗਾ ਉੱਦਾਂ ਆਇਆ ਸੀਗਾ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਬਹੁਤ ਜ਼ਰੂਰੀ ਹੈਗੀਆਂ ਕਿ ਤੁਸੀਂ ਜਦੋਂ ਕੰਟਰੈਕਟ ਕਰਦੇ ਹੈਗੇ ਆ ਤਾਂ ਕੰਟਰੈਕਟ ਨੂੰ ਥੋੜ੍ਹਾ ਜਿਹਾ ਪੜ੍ਹੋ ਜ਼ਰੂਰ, ਵੀ ਕੱਲ੍ਹ ਨੂੰ ਤੁਸੀਂ ਲੋਡ ਕੈਰੀ ਕਰਨਾ ਆ, ਤੁਸੀਂ ਸਾਰਾ ਕੁਝ ਕੈਰੀ ਕਰਨਾ, ਤੇ ਉਹ ਤੁਹਾਡੀ ਕੀ ਰਿਸਪੋਂਸਿਬਿਲਿਟੀ ਹੈ ਤੇ ਉਹਨਾਂ ਦੀ ਕੀ ਰਿਸਪੋਂਸਿਬਿਲਿਟੀ। ਠੀਕ ਹੈ ਜੀ। ਜੀ ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਟਰੱਕਿੰਗ ਇੰਡਸਟਰੀ ਦੇ ਵਿੱਚ ਚਲੋ ਦਿਨ ਤਾਂ ਨਹੀਂ ਬੜੇ ਚੰਗੇ ਚੱਲ ਰਹੇ, ਖਬਰਾਂ ਕੁਛ ਇੱਦਾਂ ਦੀਆਂ ਹੀ ਜਿਹੜੀਆਂ ਉਹ ਆ ਰਹੀਆਂ ਆ, ਕਿਤੇ ਬੈਂਕਰਪਸੀਜ਼ ਦੀਆਂ ਖਬਰਾਂ ਆ ਰਹੀਆਂ, ਕਿਹੜੀਆਂ ਕਿਹੜੀਆਂ ਕੰਪਨੀਆਂ ਇਸ ਦੌਰ ਦੇ ਵਿੱਚੋਂ ਲੰਘ ਰਹੀਆਂ, ਟਰੱਕਿੰਗ ਦੇ ਕਿਹੜੇ ਕਿਹੜੇ ਖੇਤਰ ਦੇ ਵਿੱਚ ਇਹ ਇੱਕ ਦੌਰ ਜਿਹੜਾ ਇਸ ਟਾਈਮ ਚੱਲ ਰਿਹਾ, ਉਸ ਬਾਰੇ ਆਪਾਂ ਚਰਚਾ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सब का स्वागत है। इस वक्त प्रोग्राम चल रहा है जी इस टाइम अपडेट अमेरिका ਦੇ ਵਿੱਚ अपडेट ट्रकिंग। हरजोत ਸਿੰਘ ਜੀ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਰਮਨ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਰਮਨ ਜੀ ਇੱਕ ਸਵੇਰ ਦੀ ਬਹੁਤ ਨਿਊਜ਼ ਤਕੜੀ ਰਾਜੀ ਆ ਰਹੀ ਆ ਕਿ AT&T ਕਸਟਮਰ ਜਿਹੜੇ ਆ ਉਹ ਬਿਨਾ ਇੰਟਰਨੈਟ ਤੋਂ ਹੈਗੇ ਆ, ਬਿਨਾ ਉਹਨਾਂ ਦੀ ਜਿਹੜੀ ਸਰਵਿਸ ਆ ਉਹ ਡਾਊਨ ਹੈਗੀ ਆ। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ 73,000 ਤੋਂ ਵੱਧ AT&T ਦੇ ਕਸਟਮਰਸ ਨੇ ਰਿਪੋਰਟ ਕੀਤਾ ਵੀ ਉਹਨਾਂ ਦੇ ਜਿਹੜੇ ਸੈੱਲ ਫੋਨ ਸਰਵਿਸ ਆ ਉਹ ਨਹੀਂ ਚੱਲ ਰਹੀ ਹੈਗੀ ਤੇ ਉਹਦਾ ਅਸਰ ਟਰੱਕਿੰਗ ਦੇ ਉੱਤੇ ਵੀ ਬਹੁਤ ਪੈ ਰਿਹਾ। ਕਹਿੰਦੇ ਜਿਹੜੇ ਸੈਲੂਲਰ ਕਮਿਊਨੀਕੇਸ਼ਨ ਸਪੋਰਟਸ ਜਿੱਦਾਂ ਇੰਜਨ ਕੰਟਰੋਲ ਮੋਡਿਊਲ ਅਪਡੇਟਸ, ਟਰੈਕਿੰਗ ਤੇ ਟੈਲੀਮੈਟਿਕਸ ਤੇ ਇਲੈਕਟ੍ਰੋਨਿਕ ਲੌਗਿੰਗ ਡਿਵਾਈਸਸ ਵੀ ਨਹੀਂ ਚੱਲ ਰਹੀਆਂ ਹੈਗੀਆਂ। ਸੋ ਇਸ ਸਿਚੁਏਸ਼ਨ ਦੇ ਵਿੱਚ ਟਰੱਕਰਸ ਨੂੰ ਕੀ ਕਰਨਾ ਚਾਹੀਦਾ? ਜੀ ਬਿਲਕੁਲ ਹਰਜੋਤ ਜੀ, ਇਸ ਸਿਚੁਏਸ਼ਨ ਦੇ ਵਿੱਚ ਜੇ ਤੁਹਾਡੀ ਇਲੈਕਟ੍ਰੋਨਿਕ ਲੌਗਬੁੱਕ ਨਹੀਂ ਚੱਲ ਰਹੀ ਹੈਗੀ ਤਾਂ ਤੁਹਾਨੂੰ ਡੈਫੀਨੇਟਲੀ ਆਪਣੀ ਪੇਪਰ ਲੌਗਬੁੱਕ ਜਿਹੜੀ ਆ ਉਹ ਬਣਾਉਣੀ ਚਾਹੀਦੀ ਆ ਤੇ ਪਿਛਲੇ 7 ਦਿਨਾਂ ਦਾ ਜਿਹੜਾ ਰੈਕਡ ਹੈਗਾ ਰੀਕਨਸਟਰਕਟ ਕਰਨਾ ਪੈਣਾ ਤੁਹਾਨੂੰ। ਠੀਕ ਹੈ। ਸੋ ਇਹ ਜਿਹੜੀ ਰਿਕੁਆਇਰਮੈਂਟ ਆ ਇਹ ਬਹੁਤ ਜ਼ਰੂਰੀ ਹੈਗੀ ਆ ਕਿ ਤੁਸੀਂ ਆਪਣੇ ਪਿਛਲੇ ਜਿਹੜੇ 7 ਦਿਨਾਂ ਦਾ ਜਿਹੜਾ ਹੈਗਾ ਆ ਔਨ ਟਾਈਮ, ਆਫ ਟਾਈਮ, ਬ੍ਰੇਕ ਟਾਈਮ ਜੋ ਵੀ ਵਿੱਚ ਉਹ ਸਾਰਾ ਉੱਤੇ ਬਣਾਓ ਦੁਬਾਰਾ, ਘਟਾ ਜੜੋ ਆਪਣੀ ਲੌਗਬੁੱਕ ਤੋਂ ਤੇ ਉੱਤੇ ਲਿਖੋ ਹੁਣ ਦੁਬਾਰਾ। ਸੋ ਉਹ ਚੀਜ਼ ਜਿਹੜੀ ਆ ਉਹ ਤੁਹਾਨੂੰ ਜਿਹੜੀ ਆ ਉਹ ਕਰਨ ਦੀ ਲੋੜ ਹੈਗੀ ਆ। ਸੋ ਜੇ ਤੁਹਾਡਾ ਇਸ ਤਰ੍ਹਾਂ ਕਦੀ ਵੀ ਤੁਹਾਡੀ ਕੋਈ ਜਿਹੜੀ ਇਲੈਕਟ੍ਰੋਨਿਕ ਡਿਵਾਈਸ ਹੈਗਾ ਉਹ ਡਾਊਨ ਹੋ ਜਾਂਦਾ ਆ ਤੇ ਤੁਸੀਂ ਫॉर दैट ਟ੍ਰਿਪ ਓਨਲੀ, ਇਹ ਨਹੀਂ ਵੀ ਤੁਸੀਂ ਹੁਣ ਅਗਲਾ ਮਹੀਨਾ ਸਾਰੇ ਉੱਤੇ ਚੱਲੀ ਜਾਓ, ਪਰ ਫॉर दैट ਟ੍ਰਿਪ ਹਾਂਜੀ ਉਹਨੂੰ ਆਪਣਾ ਰੀਕਨਸਟਰਕਟ ਕਰੋ ਬੈਕ ਟੂ ਲਾਈਕ ਫॉर ਲਾਸਟ 7 ਡੇਜ਼। ਠੀਕ ਹੈ। ਤੇ ਜਿਹੜਾ ਉਹ ਕਰਕੇ ਤਾਂ ਤੁਸੀਂ ਜਿਹੜਾ ਆ ਉਹ ਟਰੱਕ ਆਪਣਾ ਵਾਪਸ ਲਿਆ ਸਕਦੇ ਆ।
ਪਰ ਡੈਫੀਨੇਟਲੀ ਇਹ ਕਾਫੀ ਪ੍ਰੋਬਲਮ ਹੈਗੀ ਆ ਇਸ ਵੇਲੇ। ਔਰ ਜਿਹੜੇ ਕਈ ਜਿਨ੍ਹਾਂ ਦੇ ਬਲੂਟੂਥ ਹੈਗੇ ਆ ਉਹਨਾਂ ਨੂੰ ਜ਼ਿਆਦਾ ਵੱਡੀ ਪ੍ਰੋਬਲਮ ਹੈਗੀ ਹੈ, ਕਿਉਂਕਿ ਬਲੂਟੂਥ ਜਿਹੜੀ ਆ ਉਹ ਫਿਰ ਇੰਟਰਨੈਟ ਸਰਵਿਸ ਨਾਲ ਹੀ ਚੱਲਦੀ ਹੈ। ਤੇ ਉਹ ਫਿਰ ਜੇ ਤੁਸੀਂ ਇੰਟਰਨੈਟ ਸਰਵਿਸ ਦੇ ਉੱਤੇ ਇੱਦਾਂ ਹੈ ਕਿ ਜੇ ਤੁਸੀਂ ਡਾਟਾ ਜਿਹੜਾ ਆ ਉਹ ਲਾਅ ਇਨਫੋਰਸਮੈਂਟ ਨੂੰ ਟ੍ਰਾਂਸਫਰ ਨਹੀਂ ਕਰ ਪਾਉਂਦੇ ਤਾਂ ਫਿਰ ਉਹ ਜਿਹੜਾ ਆ ਤੁਹਾਨੂੰ ਇਸ਼ੂ ਖੜਾ ਹੋ ਸਕਦਾ ਹੈ। ਜੀ ਸੋ ਬਿਲਕੁਲ ਬਹੁਤ ਵੱਡੀ ਗਿਣਤੀ 'ਚ AT&T ਈਵਨ ਵਰਾਈਜ਼ਨ ਤੇ T-Mobile ਦੇ ਜਿਹੜੇ ਫੋਨ ਆ ਉਹ ਅੱਜ ਸਵੇਰ ਤੋਂ ਹੀ ਰਿਪੋਰਟ ਕਰ ਰਿਹਾ ਵੀ ਉਹਨਾਂ ਦੇ ਵਿੱਚ ਇੰਟਰਨੈਟ ਸਰਵਿਸ ਜਿਹੜੀ ਆ ਉਹ ਉਹਨਾਂ ਦੀ ਡਾਊਨ ਡਿਟੈਕਟਰਸ ਕਰਕੇ ਇੱਕ ਵੈਬਸਾਈਟ ਆ, ਕਹਿੰਦੇ ਵੀ ਮੇਜਰ ਆਊਟੇਜ ਹੈਗਾ ਅੱਜ ਅਮਰੀਕਾ ਦੇ ਵਿੱਚ ਸਵੇਰ ਦਾ। ਉਹ ਤਾਂ ਮੈਂ ਵੀ AT&T ਦਾ ਕਸਟਮਰ ਆ, ਪਰ ਬਚਾ ਰਿਹਾ ਸਾਰਿਆਂ ਨੂੰ ਨਹੀਂ, ਪਰ ਕਾਫੀ ਥਾਵਾਂ ਦੇ ਉੱਤੇ ਜਿਹੜੀ ਇਸ ਟਾਈਮ ਦਿੱਕਤ ਜਿਹੜੀ ਉਹ ਦੇਖੀ ਜਾ ਰਹੀ ਹੈ। ਰੈਗੂਲਰ ਕਾਲ ਤੇ ਟੈਕਸਟ ਮੈਸੇजेस ਵੀ ਉਹ ਨਹੀਂ ਚੱਲ ਰਹੇ ਹੈਗੇ। ਤੇ ਰਮਨ ਜੀ ਜਿਹੜੀ ਅਗਲੀ ਇਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਬੈਂਕਰਪਸੀਜ਼ ਦਾ ਸਿਲਸਿਲਾ ਟਰੱਕਿੰਗ ਦੇ ਵਿੱਚ ਨਹੀਂ ਰੁਕ ਰਿਹਾ। ਟਰੱਕਿੰਗ ਕੰਪਨੀਜ਼ ਉਹਦੇ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖੇਤਰ, ਹੁਣ ਟੈਕਸਸ ਦੀ ਇੱਕ ਫੈਕਟਰਿੰਗ ਕੰਪਨੀ ਨੇ ਬੈਂਕਰਪਸੀ ਫਾਈਲ ਕੀਤੀ ਆ, ਉਹਦੇ ਉੱਤੇ ਉਹਨਾਂ ਦੋਸ਼ ਫਰਾਡ ਦੇ ਲੱਗੇ ਸੀਗੇ। ਜੀ ਬਿਲਕੁਲ, ਜਿੱਦਾਂ ਮੈਂ ਸ਼ੁਰੂ 'ਚ ਗੱਲ ਕੀਤੀ ਸੀ, ਟੈਕਸਸ ਬੇਸਡ ਕੰਪਨੀ ਹੈਗੀ ਹੈ ਜੈਨੇਸਿਸ ਨੈਟਵਰਕ ਟੈਲੀਕਾਮ ਫੈਕਟਰਿੰਗ ਕੰਪਨੀ ਆ। ਸੋ ਇਹ ਜਿਹੜੀ ਫੈਕਟਰਿੰਗ ਕੰਪਨੀ ਹੈਗੀ ਆ, ਇਹਨਾਂ ਨੇ ਪਟੀਸ਼ਨ ਫਾਈਲ ਕੀਤੀ ਹੈਗੀ ਆ ਸੈਨ ਐਂਟੋਨੀਓ ਦੇ ਵਿੱਚ। ਤੇ ਜਿੱਦਾਂ ਕਿ ਆਪਾਂ ਦੱਸਿਆ ਸੀ ਕਿ ਇਹਦੀ 50,000 ਦੀ ਲਾਇਬਿਲਿਟੀਜ਼ ਹੈਗੀਆਂ, ਐਸੈਟਸ ਹੈਗੇ ਆ ਤੇ ਆਲਮੋਸਟ 500 ਮਿਲੀਅਨ ਤੱਕ ਦੀ ਲਾਇਬਿਲਿਟੀ ਹੈਗੀ ਆ। ਤੇ 49 ਕ੍ਰੈਡੀਟਰਸ ਹੈਗੇ ਆ। ਫੈਡੈਕਸ ਸਪਲਾਈ ਚੇਨ ਲੌਜਿਸਟਿਕ ਕੈਰਲਟਨ ਨੇ ਤੇ ਜਿਹੜੀ ਆਲਸੋ ਐਰੀਸ ਸੋਲਿਊਸ਼ਨ ਇੰਕ ਆਫ ਆਸਟਨ ਆ, ਉਹ ਕ੍ਰੈਡੀਟਰਸ ਹੈਗੇ ਆ। ਪਰ ਇਹ ਬੇਅਰ ਬੋਨ ਜੀ ਹੈਗੀ ਆ, ਕੋਈ ਵੀ ਇਹਨਾਂ ਦੇ ਕੋਲ ਮਤਲਬ ਕਿ ਜਿੱਥੇ ਹੁਣ ਦੇਖੋ ਨਾ, ਜਿੱਥੇ ਹੁਣ $50,000 ਦੇ ਸਿਰਫ ਐਸੈਟ ਹੈ ਤੇ 500 ਮਿਲੀਅਨ ਦੀ ਉਹਦੀ ਲਾਇਬਿਲਿਟੀ ਹੈ, ਤੇ ਉੱਥੇ ਕੀ ਮਿਲਣਾ ਹੈ? ਕੀ ਮਿਲਣਾ ਕੀ ਹੈ? ਠੀਕ ਹੈ ਨਾ। ਤੇ ਉੱਥੇ ਵੇਚ ਕੇ ਵੀ ਕੀ, ਉੱਥੇ ਟੇਬਲ ਕੁਰਸੀਆਂ ਨੂੰ ਵੇਚ ਕੇ ਕੀ ਲੈ ਜਾਣਗੇ, ਹਨਾ। ਸਹੀ ਗੱਲ ਆ। ਸੋ ਇਹ ਆ ਵੀ ਜਿਹੜਾ ਇਹਦੇ ਆ ਕਿ ਫੈਡੈਕਸ ਨੇ ਲਾਸੂਟ ਕੀਤਾ ਸੀਗਾ ਲਾਸਟ ਈਅਰ, ਉਹਨਾਂ ਨੇ ਕੰਪਨੀ ਨੂੰ ਅਲੈਜ ਕੀਤਾ ਸੀਗਾ ਕਿ ਇਹਨਾਂ ਨੇ $67 ਮਿਲੀਅਨ ਦਾ ਜਿਹੜਾ ਫਰਾਡ ਕੀਤਾ ਹੈਗਾ। ਸੋ ਇਹ ਜਿਹੜਾ ਫਰਾਡ ਹੈਗਾ ਆ, ਇਹ ਕਾਫੀ ਵੱਡਾ ਆ। ਤੇ ਪਰ ਜਿਹੜੀ ਸਿਚੁਏਸ਼ਨ ਦੇਖੋ ਉਹੀ ਚੱਲ ਰਹੀ ਹੈ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਜਦੋਂ ਬੂਮ ਸੀਗਾ ਉਦੋਂ ਬਹੁਤ ਜ਼ਿਆਦਾ ਐਕਸਪੈਂਸ਼ਨ ਹੋਈ ਹੈਗੀ ਆ। ਰਾਜਕੀਰ, ਆਪਾਂ ਪਿਛਲੇ ਹਫ਼ਤਿਆਂ ਦੇ ਵਿੱਚ ਗੱਲ ਵੀ ਕੀਤੀ ਸੀਗੀ ਕਿ ਜਿਹੜੀ ਆਪਣੀ ਆਪਾਂ ਗੱਲ ਕਰਦੇ ਸੀ ਨਾ ਵੀ ਹਜ਼ਾਰਾਂ ਜਿਹੜੀਆਂ ਆਪਣੀਆਂ ਟਰੱਕਿੰਗ ਕੰਪਨੀਆਂ ਖੁੱਲ੍ਹੀਆਂ ਹੈਗੀਆਂ ਉਸ ਦਰਮਿਆਨ, ਉੱਥੇ ਹੀ ਬ੍ਰੋਕਰਸ ਦੀ ਜਿਹੜੀ ਆ ਬ੍ਰੋਕਰ ਜਿਹੜੇ ਆ ਉਹਦੇ ਵਿੱਚ ਵੀ ਬਹੁਤ ਵੱਡੀ ਵੇਵ ਆਈ ਹੈਗੀ ਆ। ਉਹ ਵੀ ਆਲਮੋਸਟ ਡਬਲ ਦੇ ਲਾਗੇ ਚਲੇ ਗਏ ਹੈਗੇ ਆ। ਸੋ ਬ੍ਰੋਕਰੇਜ ਜਦੋਂ ਕੀ ਹੁੰਦਾ ਕਿ ਜਦੋਂ ਤੁਸੀਂ ਹੁਣ ਆਪਾਂ ਗੱਲ ਕਰਦੇ ਕਿ ਟਰੱਕਿੰਗ ਕੰਪਨੀਆਂ ਕਪੈਸਿਟੀ ਜ਼ਿਆਦੀ ਆ, ਸੋ ਉਹ ਫਰੇਟ ਰੇਟ ਦੇ ਉੱਤੇ ਉਹ ਕੰਪੀਟ ਕਰਦੀਆਂ ਹੈਗੀਆਂ, ਫਰੇਟ ਰੇਟ ਥੱਲੇ ਸਿੱਟਦੀਆਂ ਹੈਗੀਆਂ, ਠੀਕ ਹੈ ਨਾ। ਇੱਦਾਂ ਹੀ ਜਿਹੜੇ ਬ੍ਰੋਕਰ ਆ ਉਹ ਵੀ ਆਪਸ 'ਚ ਕੰਪੀਟ ਕਰਦੇ ਆ। ਜਦੋਂ ਸ਼ਿਪਰ ਕੋਲੋਂ ਲੋਡ ਲੈਣ ਜਾਂਦੇ ਆ, ਉਹ ਵੀ ਇੱਕ ਲੋਡ ਪਿੱਛੇ ਕਈ ਬ੍ਰੋਕਰ ਜਿਹੜੇ ਆ ਉਹ ਕੰਪੀਟ ਕਰਦੇ ਆ। ਸੋ ਉਹ ਉੱਥੇ ਹੁਣ ਜਦੋਂ ਤੁਸੀਂ ਬਿਡਿੰਗ ਦੇ ਵਿੱਚ ਤੁਸੀਂ ਸ਼ਿਪਰ ਕੋਲੋਂ ਲੋਡ ਲੈ ਕੇ ਆਉਣਾ, ਤੇ ਆਲਵੇਜ਼ ਇਹੋ ਹੀ ਫਾਰਮੂਲਾ ਹੁੰਦਾ ਕਿ ਲੋਐਸਟ ਬਿਡਰ ਵਿਨਸ, ਠੀਕ ਹੈ ਨਾ। ਹੁਣ ਉਹਨੇ ਪਹਿਲਾਂ ਹੀ ਉੱਥੋਂ ਫਰੇਟ ਜਿਹੜਾ ਸ਼ਿਪਰ ਕੋਲੋਂ ਇੰਨਾ ਲੋ ਕਰਕੇ ਲਿਆ ਆ, ਤੇ ਫਿਰ ਅੱਗੇ ਆਣ ਕੇ ਉਹਨੇ ਰੇਟ ਵੀ ਉਸੇ ਹਿਸਾਬ ਦਾ ਹੀ ਦੇਣੇ ਆ। ਸੋ ਇਹ ਸਿਰਫ ਇੱਕ ਟਰੱਕਿੰਗ ਕੰਪਨੀਆਂ ਦੇ ਵਿੱਚ ਜਿਹੜੀ ਆ ਕਪੈਸਿਟੀ ਦਾ ਵਾਧਾ ਨਹੀਂਗਾ, ਇਹ ਬ੍ਰੋਕਰੇਜ 'ਚ ਵੀ ਬਹੁਤ ਵਾਧਾ ਹੋਇਆ। ਔਰ ਬਹੁਤ ਜ਼ਿਆਦੀਆਂ ਬ੍ਰੋਕਰੇਜ ਕੰਪਨੀਆਂ ਜਿਹੜੀਆਂ ਬੋਰਨ ਹੋਈਆਂ, ਔਰ ਜਿਹੜਾ ਬ੍ਰੋਕਰੇਜਸ ਦਾ ਫੇਲ ਹੋਣ ਦਾ ਰੀਜ਼ਨ ਆ ਇਹ ਵੀ ਇਹਨਾਂ ਚੀਜ਼ਾਂ ਕਰਕੇ ਹੀ ਹੈ। ਜਿੱਦਾਂ ਆਪਾਂ ਟਰੱਕਿੰਗ ਦੇ ਵਿੱਚ ਸੇਮ ਚੀਜ਼ ਆਪਾਂ ਸਮਝਾਉਂਦੇ ਸੀਗੇ ਕਿ ਜਿਹੜੇ ਨਵੇਂ ਟਰੱਕਰਸ ਆਏ ਹੈਗੇ, ਨਵੀਆਂ ਕੰਪਨੀਆਂ ਆਈਆਂ, ਐਕਸਪੈਂਡ ਹੋਈਆਂ, ਉਹ ਬਹੁਤ ਜਲਦੀ ਐਕਸਪੈਂਡ ਹੋ ਗਈਆਂ ਔਰ ਉਹਨਾਂ ਨੇ ਮਾਰਕੀਟ ਦੇ ਵਿੱਚ ਰੇਟ ਡ੍ਰੌਪ ਕਰਤਾ। ਇੱਦਾਂ ਹੀ ਬ੍ਰੋਕਰਸ ਨੇ ਜਿਹੜਾ ਆ, ਬ੍ਰੋਕਰ ਦੀ ਕਮਿਊਨਿਟੀ ਦੇ ਵਿੱਚ ਜੇ ਜਾ ਕੇ ਦੇਖੀਏ, ਜਿਹੜੇ ਐਸਟੈਬਲਿਸ਼ ਬ੍ਰੋਕਰ ਹੈਗੇ ਆ, ਉਹਨਾਂ ਦੇ ਮੁਕਾਬਲੇ ਜਿਹੜੇ ਛੋਟੇ ਬ੍ਰੋਕਰ ਸੀ, ਉਹਨਾਂ ਨੇ ਜਾ ਕੇ ਰੇਟਸ ਜਿਹੜੇ ਆ ਬਹੁਤ ਡ੍ਰੌਪ ਕਰ ਦਿੱਤੇ। ਸੋ ਉਹਨਾਂ ਦਾ ਮਤਲਬ ਕਹਿਣ ਦਾ ਇਹ ਆ ਕਿ ਇਹ ਹਰ ਪਾਸੇ ਇਹ ਚੀਜ਼ ਚੱਲ ਰਹੀ ਹੈਗੀ ਆ। ਸੋ ਮੇਰੇ ਖਿਆਲ ਦੇ ਵਿੱਚ ਜਦੋਂ 80s ਦੇ ਵਿੱਚ ਜਿਮੀ ਕਾਰਟਰ ਆਪਣੇ ਪ੍ਰੈਜ਼ੀਡੈਂਟ ਵੱਲੋਂ ਜਦੋਂ ਇਹਨੂੰ ਕੀਤਾ ਗਿਆ ਸੀਗਾ, ਡੀਰੈਗੂਲੇਟ ਕੀਤਾ ਗਿਆ ਸੀਗਾ, ਉਦੋਂ ਤੋਂ ਲੈ ਕੇ ਇਹਦੇ ਵਿੱਚ ਇੰਨੇ ਕੁ ਜ਼ਿਆਦੇ ਬ੍ਰੋਕਰੇਜ ਜਿਹੜੀਆਂ ਖੁੱਲ੍ਹ ਗਈਆਂ ਕਿ ਜਿਹਦਾ ਕੋਈ ਹਿਸਾਬ ਨਹੀਂ ਹੈਗਾ। ਸੋ ਇਸ ਕਰਕੇ ਜਿਹੜੀ ਇੰਡਸਟਰੀ ਹੈਗੀ ਹੈ ਨਾ, ਇੰਡਸਟਰੀ ਟੋਟਲੀ ਨਵੀਂ ਸ਼ੇਪ ਲੈਂਦੀ ਜਾ ਰਹੀ ਆ।
ਔਰ ਜਿਹੜੀਆਂ ਇਲੈਕਟ੍ਰੋਨਿਕ ਬ੍ਰੋਕਰੇजेस ਹੈਗੀਆਂ ਉਹ ਕਿਉਂਕਿ ਦੇ ਮੇਕ ਲਾਟ ਆਫ ਮਨੀ ਬਾਏ ਆਹ ਜਿਹੜੀ ਮਾਰਕੀਟ ਦੇ ਵਿੱਚ ਆਣ ਕੇ, ਕਿਉਂਕਿ ਜਿਹੜਾ ਬੰਦੇ ਨੂੰ ਬਿਠਾਉਣਾ ਆ ਉੱਥੇ ਤੁਸੀਂ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹਨੂੰ ਯੂਜ਼ ਕਰਕੇ ਤੁਸੀਂ ਰੇਟਸ ਜਿਹੜੇ ਆ ਕੰਪੈਰੇਟਿਵ ਰੇਟਸ ਕਰ ਲੈਂਦੇ ਆ, ਪਰ ਅਲਟੀਮੇਟਲੀ ਕਿਤੇ ਨਾ ਕਿਤੇ ਜਾ ਕੇ ਉਹਨੇ ਨੁਕਸਾਨ ਤਾਂ ਕਰਨਾ ਹੀ ਹੈ। ਜੀ ਜੀ ਬਿਲਕੁਲ। ਤੇ ਆਪਣੇ ਨਾਲ ਕੁਝ ਕਾਲਰ ਜਿਹੜੇ ਆਪਾਂ ਉਹਨਾਂ ਦੇ ਵੀ ਵਿਚਾਰ ਹੈ ਜਿਹੜਾ ਸੁਣਦੇ ਉਹਨਾਂ ਦੇ ਵੀ ਗੱਲ ਲੈਂਦੇ ਆ। ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200। ਅਮਰੀਕ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਭਾਈ ਆਪਾਂ ਹੁਣੇ ਗੱਲ ਕਰਦੇ ਸੀ ਨਾ ਆਪਣਾ AT&T ਦੀ ਇੰਟਰਨੈਟ ਡਾਊਨ ਹੋਣ ਦੀ। ਜੀ ਜੀ ਹਾਂਜੀ ਹਾਂਜੀ। ਤਾਂ AT&T ਦੀ ਸਰਵਿਸ ਦੀ ਪ੍ਰੋਬਲਮ ਬਹੁਤ ਦੂਰ ਤੱਕ ਹੋਈ ਹੈ, ਕਿਉਂਕਿ ਮੈਂ ਆਰਕਨਸਾ ਡਰਾਈਵਰ ਸੀਗਾ ਤੇ ਉੱਥੇ ਵੀ ਯਾਨੀ ਕਿ ਪ੍ਰੋਬਲਮ ਹੋਈ ਹੈ, ਖਾਲੀ ਕੈਲੀਫੋਰਨੀਆ 'ਚ ਨਹੀਂ ਹੈਗੀ ਇਹ। ਜੇ ਪੂਰੇ USA 'ਚ ਆ, ਕਹਿੰਦੇ ਸ਼ਾਇਦ ਚਾਈਨੀਜ਼ ਕਿਸੇ ਹੈਕਿੰਗ ਕੰਪਨੀ ਇਨਵੋਲਵ ਆ, ਹਜੇ ਸਵੇਰੇ ਹੀ ਹੋਈ ਆ, ਇਹ ਕਾਫੀ ਵੱਡੀ ਆ। ਹਾਂਜੀ ਤੇ ਭਾਜੀ ਜਿਹੜਾ ਹਾਂਜੀ ਆਪਾਂ ਇਲੈਕਟ੍ਰੋਨਿਕ ਲੌਗ ਬੁੱਕ ਦੀ ਗੱਲ ਕਰਦੇ ਸੀਗੇ ਨਾ। ਜੀ ਜੀ। ਤੇ ਲੌਗ ਬੁੱਕ ਜਿਹੜੀ ਆ ਆਪਣਾ ਇੰਟਰਨੈਟ ਨਾ ਹੋਵੇ ਤਾਂ ਵੀ ਚੱਲਦੀ ਰਹਿੰਦੀ ਹੈ, ਉਹਦੇ ਪੇਪਰ ਲੌਗ ਬਣਾਉਣ ਦੀ ਲੋੜ ਨਹੀਂ ਹੈ। ਖਾਲੀ ਇਹ ਕਿ ਤੁਹਾਡਾ ਡੇਟਾ ਤੁਹਾਡੀ ਡਿਵਾਈਸ ਤੋਂ ਉਹਨਾਂ ਦੇ ਸਰਵਰ ਨੂੰ ਨਹੀਂ ਟ੍ਰਾਂਸਫਰ ਹੋ ਰਿਹਾ, ਲੇਕਿਨ ਤੁਹਾਡਾ ਡੇਟਾ ਜਿਹੜਾ ਹੈ ਉਹ ਤੁਹਾਡੀ ਡਿਵਾਈਸ ਦੇ ਵਿੱਚ ਪੂਰਾ ਸਟੋਰ ਹੋ ਰਿਹਾ। ਤੁਸੀਂ ELD ਨੂੰ ਵਰਤੋ, ਆਪਣਾ ਚੱਲਦੇ ਰਹੋ, ਜਦ ਤੁਹਾਡਾ ਇੰਟਰਨੈਟ ਕਨੈਕਟ ਹੋਏਗਾ ਉਹ ਡੇਟਾ ਟ੍ਰਾਂਸਫਰ ਹੋ ਜਾਏਗਾ। ਤੇ ਪੇਪਰ ਲੌਗ ਬਣਾਉਣ ਦੀ ਕੋਈ ਲੋੜ ਨਹੀਂ ਹੈਗੀ ਇਹਦੇ ਵਿੱਚ, ਤੁਸੀਂ ਆਪਣੀ ELD ਨੂੰ ਯੂਜ਼ ਕਰਦੇ ਰਹੋ। ਕਿਉਂਕਿ ਮੈਨੂੰ ਰੀਸੈਂਟਲੀ ਇੱਕ ਵਾਰ ਪੁੱਲ ਕੀਤਾ ਸੀ ਨੋਇਡਾ ਦੇ ਵਿੱਚ, ਤੇ ਮੇਰਾ ਇੰਟਰਨੈਟ ਜਿੱਦਾਂ ਵਿੱਚ ਬ੍ਰੇਕ ਹੋਇਆ ਸੀਗਾ, ਤੇ ਉਹ DOT ਆਫੀਸਰ ਨੇ ਮੈਨੂੰ ਆਪਣੇ ਡੈਸ਼ ਦੇ ਵਿੱਚ ਦਿਖਾਇਆ। ਉਹ ਕਹਿੰਦਾ ਜਿੱਥੇ ਰੈੱਡ ਸਪੌਟ ਆ ਰਹੇ ਆ, ਕਹਿੰਦਾ ਇਹ ਰੈੱਡ ਸਪੌਟ ਸ਼ੋ ਕਰਦਾ ਹੈ ਕਿ ਇਸ ਟਾਈਮ ਤੇ ਤੇਰਾ ਡੇਟਾ ਟੁੱਟ ਗਿਆ, ਇੰਟਰਨੈਟ ਕਨੈਕਸ਼ਨ ਟੁੱਟ ਗਿਆ। ਕਹਿੰਦਾ ਪਰ ਆਟੋਮੈਟਿਕਲੀ ਆ ਬਲੂ ਸਪੌਟ ਆ ਗਿਆ, ਇਸ ਟਾਈਮ ਤੂੰ ਕਨੈਕਟ ਹੋ ਗਿਆ ਤੇ ਉਹਨੇ ਡਿਵਾਈਸ ਨੇ ਆਪਣੇ ਆਪ ਹੀ ਤੇਰਾ ਡੇਟਾ ਟ੍ਰਾਂਸਫਰ ਕਰ ਦਿੱਤਾ, ਤੇਰੀ ਲੋਕੇਸ਼ਨ, ਤੇਰੀ ਮਾਈਲ ਸਭ ਕੁਝ ਆ ਗਈ। ਕਹਿੰਦਾ ਸਾਨੂੰ ਪਤਾ ਹੈ ਬਲਾਈਂਡ ਸਪੌਟ ਆਉਂਦੇ ਹੈਗੇ ਆ, ਬਲਾਈਂਡ ਸਪੌਟ ਜਿਹੜੇ ਆਉਂਦੇ ਹੈਗੇ ਤੁਹਾਡਾ ਇੰਟਰਨੈਟ ਨਹੀਂ ਹੈਗਾ, ਪਰ ਤੁਹਾਡੀ ਡਿਵਾਈਸ ਉਹ ਇਨਫੋਰਮੇਸ਼ਨ ਤੁਹਾਡੇ ਯਾਨੀ ਕਿ ਟਰੱਕ ਦੇ ਵਿੱਚ ਲੌਗ ਹੋ ਰਹੀ ਹੈ ਸਾਰੀ, ELD 'ਚ ਸਟੋਰ ਹੋਈ ਜਾ ਰਹੀ ਹੈ। ਮਤਲਬ ਹਾਂ, ਜਦ ਤੁਹਾਡਾ ਡੇਟਾ ਰਿਮੋਟ ਸਰਵਰ ਨੂੰ ਕਨੈਕਟ ਹੋਏਗਾ ਤਾਂ ਟ੍ਰਾਂਸਫਰ ਹੋ ਜਾਏਗਾ। ਤਾਂ ਉਹ 'ਚ ਪੇਪਰ ਲੌਗ ਬੁੱਕ ਬਣਾਉਣ ਦੀ ਕੋਈ ਲੋੜ ਨਹੀਂ, ਤੁਸੀਂ ਆਪਣੀ ELD ਜਿੱਦਾਂ ਰੈਗੂਲਰ ਯੂਜ਼ ਕਰਦੇ ਆ ਉਦਾਂ ਹੀ ਯੂਜ਼ ਕਰੋ ਉਹਨੂੰ। ਠੀਕ ਹੈ ਜੀ, ਥੈਂਕ ਯੂ ਅਮਰੀਕ ਜੀ। ਓਕੇ, ਸੋ ਆਈ ਡੂ ਨਾਟ ਐਗਰੀ ਵਿਦ ਦੈਟ, ਬਿਕਾਜ਼ ਜਦੋਂ ਤੁਹਾਡਾ ਡਾਟਾ ਨਹੀਂ ਚੱਲ ਰਿਹਾ ਹੈਗਾ ਉਦੋਂ ਤੁਹਾਨੂੰ ਕਿਤੇ ਵੀ ਸਕੇਲ ਦੇ ਉੱਤੇ ਰੋਕਦੇ ਹੈਗੇ ਆ, ਐਂਡ ਯੂ ਆਰ ਨਾਟ ਏਬਲ ਟੂ ਟ੍ਰਾਂਸਫਰ ਦਾ ਡਾਟਾ, ਯੂ ਵਿਲ ਗੈਟ ਅ ਟਿਕਟ। ਦੈਟ ਇਜ਼ ਦ ਲਾਅ। ਲੇਕਿਨ ਭਾਜੀ ਉਹਦੇ ਵਿੱਚ ਇਹ ਹੈਗਾ ਕਿ ਜਿਹੜਾ ਤੁਹਾਡਾ ਡਾਟਾ ਹੈਗਾ ਟ੍ਰਾਂਸਫਰ ਨਹੀਂ ਹੋ ਰਿਹਾ, ਠੀਕ ਹੈ, ਲੇਕਿਨ ਡਜ਼ਨਟ ਮੈਟਰ ਭਾਜੀ, ਜੋ ਵੀ ਤੁਸੀਂ ਲੌਗ ਇਨ ਕਰ ਰਹੇ ਹੋ ਤੁਹਾਡੀ ਡਿਵਾਈਸ ਦੇ ਵਿੱਚ ਰਿਕਾਰਡ ਹੋ ਰਿਹਾ ਹੈ। does not matter. The law is when the law enforcement asks you to transfer the data, you need to transfer the data. If you can't transfer the data, they will give you a ticket. ਤੇ ਜੇ ਉਸ ਜਗ੍ਹਾ ਤੇ ਇੰਟਰਨੈਟ ਅਵੇਲੇਬਲ ਨਹੀਂ ਹੈ, how will you transfer that data? That's your problem. That's not their problem. That's the law. I'm talking about the law. That is the problem ਹੈ। ਇਹਦਾ ਵੀ ਤੁਹਾਨੂੰ ਸੋਲੂਸ਼ਨ ਦੱਸ ਦਿੰਦਾ, ਕਿਉਂਕਿ I was stopped once in Montana, ਤੇ ਉੱਥੇ ਰਿਮੋਟ ਏਰੀਆ ਹੈ, ਉੱਥੇ ਇੰਟਰਨੈਟ ਨਹੀਂ ਸੀਗਾ, ਮੇਰੀ ਲੌਗ ਬੁੱਕ ਦੇ ਵਿੱਚ ਪੂਰਾ ਡਾਟਾ ਸੀਗਾ। ਜਿੱਦਾਂ ਮੈਂ ਉਹਨੂੰ ਆਫਿਸਰ ਨੂੰ ਦਿਖਾਇਆ, ਮੈਂ ਕਿਹਾ ਇੱਥੇ ਇੰਟਰਨੈਟ ਨਹੀਂ ਹੈਗਾ, ਆ ਮੇਰੀ ਲੌਗ ਬੁੱਕ ਦੇ ਵਿੱਚ ਹੈਗਾ ਸਭ ਕੁਝ। ਉਹ ਕਹਿੰਦਾ ਯੂ ਹੈਵ ਟੂ ਆਪਸ਼ਨ, ਕਹਿੰਦਾ ਜਾਂ ਤਾਂ ਤੂੰ ਮੈਨੂੰ ਆਪਣੀ ਲੌਗ ਬੁੱਕ ਦੇ ਦੇ, ਮੈਂ ਤੇਰੀ ਲੌਗ ਬੁੱਕ ਪੂਰੀ ਚੈੱਕ ਕਰ ਲੈਂਦਾ ਜਿਹੜਾ ਪਾਸ ਡਾਟਾ ਹੈ, ਜਾਂ ਫਿਰ ਮੈਨੂੰ 7 ਦਿਨਾਂ ਦੀ ਲੌਗ ਬੁੱਕ ਬਣਾ ਕੇ ਦੇ ਦੇ। ਦੈਟਸ ਇਟ। ਉਹ ਪਹਿਲਾਂ ਤਾਂ ਬਣਾ ਕੇ ਰੱਖਣ ਦੀ ਲੋੜ ਨਹੀਂ ਹੈ ਲੌਗ ਬੁੱਕ। You keep on carrying your ELD as it is, go with it, and when you are stopped, you can make the paper log and show it to them. ਠੀਕ ਹੈ ਜੀ। It's your choice, but ਮੈਂ ਜਿਹੜੀ ਗੱਲ ਕਰ ਰਿਹਾ, I'm talking about the law. I'm not talking about ਕਿ ਇੱਕ instance ਦੇ ਵਿੱਚ ਕੀ ਹੋਇਆ। ਨਹੀਂ, ਪਰ ਰਮਨ ਜੀ ਹੁਣ ਜਿੱਦਾਂ ਹੁਣ ਨੇਸ਼ਨ ਵਾਈਡ ਪਤਾ ਆ ਵੀ ਉਹ ਦਿੱਕਤ ਜਿਹੜੀ ਉਹ ਚੱਲ ਰਹੀ ਆ, ਚਲੋ ਠੀਕ ਹੈ, ਇੱਕ ਕਾਨੂੰਨ ਇੱਕ ਉਹ ਹੈਗਾ ਆ, ਪਰ ਇੰਨੀ ਤਾਂ ਸਮਝ ਉਹ ਵੀ ਰੱਖਦੇ ਹੋ ਸਕਦੇ ਆ ਵੀ ਆਪਾਂ ਉਮੀਦ ਕਰ ਸਕਦੇ ਵੀ ਉਹ ਵੀ ਸਮਝਣਗੇ ਇਸ ਚੀਜ਼ ਨੂੰ। ਉਸੇ ਵੇਲੇ ਚਲੋ ਟਾਈਮ ਲੱਗ ਸਕਦਾ ਆ, ਇਹ ਤਾਂ ਹੁਣ ਪਤਾ ਨਹੀਂ ਹੈ ਨਾ ਵੀ ਕਦੋਂ ਇਦਾਂ ਦੀ ਆਊਟੇਜ ਜਿਹੜੀ ਉਹ ਆ ਜੂਗੀ। ਸੋ ਇਹੋ ਹੀ ਚੀਜ਼ ਦੇ ਉੱਤੇ ਮੈਂ ਐਮਫੈਸਿਸ ਕਰ ਰਿਹਾ ਹੈਗਾ ਕਿ when there is a outage, that is the time you need to take a step, and ਜਿੱਥੇ ਜੇ ਹੁਣ ਤੁਸੀਂ ਉੱਥੇ ਜਾ ਕੇ ਬੈਠ ਕੇ ਉਹਨਾਂ ਨੂੰ 7 ਦਿਨ ਦੀ ਬਣਾ ਕੇ ਦੇਣੀ ਆ, why can't you until your ਨਹੀਂ ਚੱਲ ਰਹੀ ਹੈਗੀ, ਤੁਸੀਂ ਆਪਣੀ ਬਣਾ ਕੇ ਰੱਖੋ, ਤੁਸੀਂ ਆਪਣੀ ਪੇਪਰ ਲੌਗ ਬੁੱਕ ਨਾਲ ਬਣਾ ਕੇ ਰੱਖ ਲਓ, ਤੇ ਉੱਥੇ ਕੀ ਫਰਕ ਪੈਣਾ ਹੈਗਾ। ਉੱਥੇ ਜਾ ਕੇ ਵੀ ਤਾਂ ਬੈਠ ਕੇ ਬਣਾਓਗੇ ਨਾ, ਜਿੱਦਾਂ ਭਾਈ ਹੁਣੀ ਕਹਿ ਰਹੇ ਆ। ਮੈਂ ਤਾਂ ਇਹ ਸਿਰਫ ਕਹਿ ਰਿਹਾ ਹੈਗਾ ਕਿ what the law says,
law says if you cannot transfer the data, you will get a ticket. ਜਾਂ ਆਪਾਂ So ਪਹਿਲਾਂ ਵੀ don't- ਦੇਖਿਆ ਵੀ ਬਹੁਤ ਸਾਰੇ ਇਸ਼ੂਜ਼ ਦੇ ਠੀਕ ਉੱਤੇ ਹੈ ਨਾ? ਜਿਹੜੇ ਹਾਈਵੇ ਪੈਟਰੋਲ Don't ਵਾਲੇ make a ਹੁੰਦੇ ਆ, chance. ਹਰ ਇੱਕ ਉਹ ਇੰਡੀਵਿਜੂਅਲ ਸਾਰੇ ਲੈਵਲ ਤੇ ਕਰਦੇ, ਕਿਉਂਕਿ ਸਾਰਿਆਂ ਸਾਰੇ ਨੂੰ ਜਿਹੜੇ ਸੇਮ officers ਨੌਲੇਜ ਆ ਨਹੀਂ ਨਾ, ਹੈਗਾ, ਹਨਾ? ਕਿਸੇ ਨੇ ਸਾਰੇ ਕੁਝ ਜਿਹੜੇ ਕਹਿਣਾ ਵੀ, officers ਕਿਸੇ ਨੇ ਆ, ਕੁਝ same ਕਹਿਣਾ, ਨਹੀਂ। ਹਨਾ? ਹਾਂਜੀ ਨਹੀਂ ਇਹ ਤਾਂ ਸਾਰੇ ਇਹ ਤਾਂ officers ਹੈ ਹੀ same ਆ, ਨਹੀਂ। ਇਹ ਤਾਂ ਹੈ ਹੀ ਆ। ਉਹ ਕਾਨੂੰਨ ਨੂੰ ਕੋਈ ਕਿਸੇ ਤਰੀਕੇ ਨਾਲ ਦੇਖਦਾ, ਹੋ ਸਕਦਾ ਕੋਈ ਛੱਡ ਵੀ ਦੇਵੇ, ਹੋ ਸਕਦਾ ਕਰ ਵੀ ਦੇਵੇ, ਪਰ ਠੀਕ ਆ, ਕਾਨੂੰਨ ਇਹ ਕਹਿੰਦਾ ਆ ਵੀ ਜੇ ਤੁਸੀਂ ਟਰਾਂਸਫਰ ਨਹੀਂ ਕਰ ਸਕਦੇ ਤਾਂ ਫਿਰ ਉਦੋਂ ਤੁਹਾਨੂੰ ਇਹ ਜਿਹੜੀ ਚੀਜ਼ ਕਰਨੀ ਪੈਣੀ ਆ। ਜਿੱਦਾਂ ਅਮਰੀਕ ਹੋਣਾ ਨੇ ਵੀ ਆਪਣਾ ਐਕਸਪੀਰੀਅੰਸ ਜਿਹੜਾ ਉਹ ਦੱਸਿਆ, ਉਹ ਤੇ ਉਹਨਾਂ ਨੇ 2 ਆਪਸ਼ਨ ਦਿੱਤੀਆਂ ਵੀ ਜਾਂ ਤਾਂ ਬਣਾ ਕੇ ਦੇ ਦਿਓ ਤੇ ਜਾਂ ਫਿਰ ਆਪਣੀ ਲੌਗ ਬੁੱਕ ਜਿਹੜੀ ਉਹ ਪਈ ਹੈ ਡਾਟਾ ਦਿਖਾ ਦਿਓ ਤਾਂ ਜੋ ਉਸ ਨੂੰ ਪੂਰੀ ਤਰ੍ਹਾਂ ਉਹ ਚੈੱਕ ਕਰ ਸਕਣ। ਸੋ ਦੋਨਾਂ ਹੀ ਕੇਸਾਂ ਦੇ ਵਿੱਚ ਟਾਈਮ ਜਿਹੜਾ ਉਹ ਜ਼ਰੂਰ ਲੱਗਣਾ ਸੀ। ਜੀ। ਥੈਂਕ ਯੂ ਅਮਰੀਕ ਪਰ ਜੀ ਕਾਲ ਦੇ ਬਹੁਤ ਲਈ। Thank you. ਹਾਂਜੀ ਬਹੁਤ ਗੁੱਡ ਆ, ਪਰ ਨੈਕਸਟ ਟਾਈਮ ਵੀ ਮੇਬੀ ਨੈਕਸਟ ਵੀਕ ਜਾਂ ਉਹਦੋਂ ਨੈਕਸਟ ਵੀਕ ਜੋ ਕੋਈ ਇਦਾਂ ਦੀ ਸਿਚੁਏਸ਼ਨ 'ਚ ਕਿਸੇ ਨੂੰ ਫੜਿਆ, ਪੁਲਿਸ ਵਾਲਿਆਂ ਨੇ ਖੜਾ ਕੀਤਾ, ਕੀ ਹੋਇਆ, ਜ਼ਰੂਰ ਸ਼ੇਅਰ ਕਰਿਓ। ਸੋ ਇਦਾਂ ਹੀ ਇੱਕ ਦੂਜੇ ਨੂੰ ਪਤਾ ਲੱਗਦਾ ਹੈਗਾ ਵੀ ਇਦਾਂ ਦੀ ਸਿਚੁਏਸ਼ਨ ਕੀ ਹੋ ਵੀ ਸਕਦਾ। ਕਾਨੂੰਨ ਕੀ ਕਹਿੰਦਾ ਆ ਤੇ ਉੱਥੇ ਉਹ ਕੀ ਕਰਦੇ ਆ ਕਿ ਆਪਾਂ ਦੇਖਿਆ ਹੀ ਆ ਵੀ ਸੇਮ ਕਾਨੂੰਨ ਨੂੰ ਕੋਈ ਕਿਸੇ ਤਰ੍ਹਾਂ ਪੜ੍ਹ ਰਿਹਾ ਹੁੰਦਾ, ਕੋਈ ਕਿਸੇ ਤਰ੍ਹਾਂ ਪੜ੍ਹ ਰਿਹਾ ਹੁੰਦਾ। ਗੁਰਪਾਲ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਰਾਜਕਨ ਭਾਜੀ, ਸਤਿ ਸ਼੍ਰੀ ਅਕਾਲ ਤੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਜੀ। ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਭਾਜੀ ਚਲੋ ਮੈਂ ਟਰੱਕ ਤਾਂ ਨਹੀਂ ਚਲਾਉਂਦਾ, ਤੇ ਮੈਂ ਜਿਹੜੇ ਆਪਣੇ ਕਾਰਨਰ ਕਹਿ ਕੇ ਗਏ ਆ ਤੇ ਮੈਂ ਇਹਨਾਂ ਨਾਲ ਐਗਰੀ ਕਰਦਾ ਕਿ ਮੈਂ ਜਿਹੜੀ ਟੈਕਸੀ ਚਲਾਉਣਾ, ਸਾਡੇ ਵੀ ਆਈ ਕੈਬੀ ਦਾ ਬਣਿਆ ਆ ਪਿੱਛੇ ਨਾ, ਸਾਡੇ ਮਤਲਬ ਕਈ ਜਿਹੜੀ ਟਨਲ ਦੇ ਵਿੱਚ ਜਾਈਦਾ, ਅੱਧਾ ਮੀਲ ਪੌਣਾ ਮੀਲ ਟਨਲ ਹੁੰਦੀ ਆ, ਤੇ ਤੁਹਾਡਾ ਜਿਹੜਾ ਟੈਬਲੇਟ ਆ, ਤੁਹਾਡਾ ਮੀਟਰ ਚੱਲਦਾ ਟੋਟਲੀ ਫ੍ਰੀ ਹੋ ਜਾਂਦਾ, ਉੱਤੇ ਲਾਲ ਅੱਖਰ ਆ ਜਾਂਦੇ ਆ, ਜਿਹੜੇ ਮਾਲੇਜ ਚੱਲਦੇ ਨਾਲ ਨਾ ਉਹ ਮਾਲੇਜ ਵੀ ਫ੍ਰੀ ਹੋ ਜਾਂਦੇ ਆ। ਜਦੋਂ ਤੁਸੀਂ ਟਨਲ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਆ, ਉਹ ਆਟੋਮੈਟਿਕਲੀ ਤੁਸੀਂ ਅੱਧਾ ਮੀਲ ਚਲਾਇਆ, ਮੀਟਰ ਨੇ ਆਪਣੇ ਆਪ ਕੈਲਕੂਲੇਟ ਕਰਕੇ ਅੱਧਾ ਮੀਲ ਦੇ ਮਾਲੇਜ ਵਿੱਚ ਐਡ ਕਰ ਦਿੰਦੇ, ਜਿਹੜਾ ਤੁਹਾਡਾ ਫੇਅਰ ਮਤਲਬ ਉੱਥੇ ਸਟਾਪ ਹੋਇਆ ਆ, ਉਸ ਤੋਂ ਬਾਅਦ 2 3 4 ਡਾਲਰ ਦਾ ਜੰਪ ਵੱਜਦਾ ਆਪਣੇ ਨਾ। ਉਹ ਜਦੋਂ ਤੁਸੀਂ ਆਪਣਾ ਨੈਟਵਰਕ ਦੇ ਵਿੱਚ ਆਪਣੇ ਆ ਜਾਂਦੇ ਇੰਟਰਨੈਟ ਦੇ ਵਿੱਚ, ਉਹ ਆਪਣੇ ਆਪ ਹੀ ਕੈਲਕੂਲੇਟ ਕਰਕੇ ਤਾਂ ਉਹ ਤੁਹਾਡਾ ਜਿਹੜਾ ਡੈਬਿਟ ਸਪਾਰ ਚੱਲਿਆ ਹੁੰਦਾ ਤਾਂ ਕਵਰ ਕਰ ਜਾਂਦਾ ਆਪਣੇ ਨਾ, ਇਹੋ ਨਾ ਭਾਜੀ ਨਾ। ਤੇ ਉਸ ਕਰਕੇ ਮੈਂ ਕੱਲ ਨਾਲ ਐਗਰੀ ਆ ਭਾਜੀ ਆਪਣੇ ਨਾ। ਥੈਂਕ ਯੂ। ਚਲੋ ਜੀ ਠੀਕ ਹੈ ਜੀ। ਨਹੀਂ ਚਲੋ ਇਹ ਮੈਂ ਇਸ ਗੱਲ ਦੇਖੋ, ਲਿਸਨ, ਮੈਂ ਜਿਹੜੀ ਗੱਲ ਹੈ ਨਾ ਜਿਹੜੀ ਮੈਂ ਕਰ ਰਿਹਾ ਹੈਗਾ, ਤੁਸੀਂ ਗਲਤ ਲੈ ਰਹੇ ਹੈਗੇ। ਆਈ ਨੋ ਸਾਰੇ ਅਮਰੀਕਾ ਦੇ ਵਿੱਚ ਟਰੱਕਰ ਜਿਹੜੇ ਆ, ਉਹ ਸਾਰੇ ਅਮਰੀਕਾ ਦੇ ਵਿੱਚ ਡਾਟਾ ਨਹੀਂ ਚੱਲਦਾ, ਨਹੀਂ ਕਿਤੇ ਰਾਹ 'ਚ ਡਾਟਾ ਡਾਊਨ ਹੋ ਜਾਂਦਾ, ਕਿਤੇ ਅਪ ਹੋ ਜਾਂਦਾ, ਕਿਤੇ ਡਾਊਨ ਹੋ ਜਾਂਦਾ, ਕਿਤੇ ਅਪ ਹੋ ਜਾਂਦਾ। ਮੇਰਾ ਕਹਿਣ ਦਾ ਜਿਹੜਾ ਮਤਲਬ ਇਹ ਆ ਕਿ ਜਦੋਂ ਤੁਹਾਡਾ ਸੈਲਫੋਨ ਡਾਟਾ ਡਾਊਨ ਆ ਜਾਂ ਨਹੀਂ ਚੱਲ ਰਿਹਾ ਤੇ ਤੁਸੀਂ ਸਕੇਲ ਤੇ ਪੁੱਲ ਹੋ ਜਾਂਦੇ ਆ ਤੇ ਯੂ ਹੈਵ ਤੁਹਾਡੇ ਕੋਲ ਆਪਸ਼ਨ ਇਹ ਹੁੰਦੀ ਆ, you have to transfer the data, you have to give them the data if they want you to, ਠੀਕ ਆ। ਉਹਨਾਂ ਨੇ ਤੁਹਾਡੇ ਕੋਲੋਂ ਡਾਟਾ ਟ੍ਰਾਂਸਫਰ ਕਰਾਉਣਾ ਆ, ਜੇ ਤੁਸੀਂ ਡਾਟਾ ਟ੍ਰਾਂਸਫਰ ਨਹੀਂ ਕਰ ਸਕਦੇ you will get a ticket, simple as that। ਮੈਂ ਨਹੀਂ ਕਹਿ ਰਿਹਾ ਕਿ ਰਸਤੇ 'ਚ ਕਿਤੇ ਭਾਜੀ ਟਨਲ ਦੇ ਵਿੱਚ ਜਾਂ ਹੋਰ ਕਿਤੇ ਵੀ, ਜਾਂ ਉਹ ਤਾਂ ਹੁੰਦਾ ਐਂਡ ਜਿਹੜੀਆਂ ਤੁਹਾਡੇ ਹੈਗੀਆਂ ਡਿਵਾਈਸਿਸ ਆ ਉਹ ਪਿਕਅਪ ਕਰ ਲੈਂਦੇ ਆ ਡਾਟਾ, ਸਾਰਾ ਕੁਝ ਹੋ ਜਾਂਦਾ। that's a normal thing। ਬਟ ਜਿਹੜੀ ਚੀਜ਼ ਹੈਗੀ ਆ ਜਿੱਥੇ ਮੈਂ ਗੱਲ ਕਰ ਰਿਹਾ, ਉਹਦਾ ਮਤਲਬ ਇਹ ਹੈਗਾ ਕਿ ਜਦੋਂ ਤੁਸੀਂ ਸਕੇਲ ਦੇ ਉੱਤੇ ਹੈਗੇ ਆ ਜਾਂ ਕਿਤੇ ਰਸਤੇ ਦੇ ਵਿੱਚ ਤੁਹਾਡੀ ਰੋਡ ਸਾਈਡ ਇੰਸਪੈਕਸ਼ਨ ਹੁੰਦੀ ਆ, ਇਫ ਯੂ ਆਰ ਨਾਟ ਏਬਲ ਟੂ ਟ੍ਰਾਂਸਫਰ ਦਾ ਡਾਟਾ ਟੂ ਦਾ ਲਾਅ ਐਨਫੋਰਸਮੈਂਟ, ਯੂ ਵਿਲ ਗੈਟ ਅ ਟਿਕਟ ਜੀ। ਕਾਨੂੰਨ ਇਹ ਕਹਿੰਦਾ ਹੈ ਜੀ। ਹਾਂ ਜੀ। ਆਪਣੇ ਅਗਲੇ ਕਾਲਰ ਨੇ ਮਨਪ੍ਰੀਤ। ਹਾਂਜੀ ਮਨਪ੍ਰੀਤ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ 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 ਸਤਿ ਸ਼੍ਰੀ ਅਕਾਲ ਜੀ, ਬੋਲੋ ਜੀ। ਹਾਂਜੀ ਭਾਜੀ, ਮੇਰਾ ਸਵਾਲ ਸੀਗਾ, ਜਿੱਦਾਂ ਕੰਪਨੀ ਜਿੱਦਾਂ ਬੰਦ ਹੋ ਗਈ ਆ ਤੇ ਪੈਸੇ ਲੈਣੇ ਸੀਗੇ ਆਪਾਂ, ਤੇ ਉਹ ਜਿੱਦਾਂ ਲੇਬਰ ਕੋਰਟ ਤੇ ਕੇਸ ਕਰ ਸਕਦੇ ਜਾਂ ਨਹੀਂ? ਤੇ ਭਾਜੀ ਕੰਪਨੀ ਬੰਦ ਹੋ ਗਈ ਆ, ਮਤਲਬ ਕਿ ਫਿਰ ਤਾਂ ਮੁਸ਼ਕਲ ਹੈਗਾ ਆ, ਜੇ ਉਹਨਾਂ ਨੇ ਕਿੱਦਾਂ ਬੈਂਕਰਪਸੀ ਕੀਤੀ ਜਾਂ ਕੀ ਕੀਤਾ ਹੈਗਾ ਆ। ਬੈਂਕਰਪਸੀ ਨਹੀਂ ਕੀਤੀ, ਉਹ ਕੰਪਨੀ ਦੇ ਕਲੇਮ ਜ਼ਿਆਦਾ ਸੀਗੇ, ਉਹ ਇੰਸ਼ੋਰੈਂਸ ਵੱਲੋਂ ਬੰਦ ਹੋਈ। ਹਾਂਜੀ, ਫਿਰ ਉਹ ਤੁਸੀਂ ਕਰ ਸਕਦੇ ਆ, ਲੇਬਰ ਕੋਰਟ ਦੇ ਵਿੱਚ ਕਲੇਮ ਕਰ ਸਕਦੇ ਆ, ਇਹ ਨਹੀਂ ਹੈਗਾ ਕਿ ਤੁਸੀਂ ਨਹੀਂ ਕਰ ਸਕਦੇ। ਜੇ ਲੇਬਰ ਕੋਰਟ ਉਹਨੂੰ ਜਾਇਜ਼ ਮੰਨੂਗੀ ਤੇ ਤੁਹਾਡਾ ਕੀ ਉੱਥੇ ਤੁਸੀਂ W2 ਤੇ ਕੰਮ ਕਰਦੇ ਸੀ ਕੰਪਨੀ 'ਚ? ਨਹੀਂ ਜੀ, 1099 ਤੋਂ ਕਰਦਾ ਸੀਗਾ ਜੀ ਕੰਮ। ਫਿਰ ਉਹ ਵੀ ਇੱਕ ਸਿਚੁਏਸ਼ਨ ਹੈਗੀ, ਤੁਹਾਡੀ ਆਪਣੀ ਵੀ ਸਿਚੁਏਸ਼ਨ ਹੈਗੀ ਹੈ। ਸੋ ਆਈ ਹੋਪ ਕਿ ਤੁਸੀਂ ਕਰ ਸਕਦੇ ਹੈਗੇ ਆ, ਬਟ ਆਈ ਡੋਂਟ ਨੋ ਦਾ ਫੈਸਲਾ, ਉਹਦਾ ਆਊਟਕਮ ਕੀ ਹੋਊਗਾ। ਪਰ ਜੇ ਤੁਸੀਂ ਟਰਾਈ ਜ਼ਰੂਰ ਕਰ ਸਕਦੇ ਆ, ਟਰਾਈ ਜ਼ਰੂਰ ਕਰ ਸਕਦੇ। ਉਹਦਾ ਮੇਰੇ ਕੋਲ ਪ੍ਰੂਫ ਹੈਗੇ ਆ ਸਾਰੇ, ਜਿੱਦਾਂ ਲੋਡ ਨਹੀਂ, ਉਹ ਤਾਂ ਪ੍ਰੂਫ ਦਿਖਾਉਣੇ ਪੈਣੇ ਨਾ ਇਵੈਂਚੁਅਲੀ ਤਾਂ ਭਾਜੀ। ਪ੍ਰੂਫ ਤੋਂ ਬਗੈਰ ਅਦਾਲਤ ਨੇ ਵੀ ਨਹੀਂ ਮੰਨਣਾ, ਉਹ ਤਾਂ ਦਿਖਾਉਣੇ ਹੀ ਪੈਣੇ ਆ ਤੁਹਾਨੂੰ। ਉਹ ਸਾਰੇ ਦਿਖਾਉਣਗੇ, ਫਿਰ ਉਸ ਤੋਂ ਬਾਅਦ ਹੀ ਉਹ ਆਪਣਾ ਫੈਸਲਾ ਦੇਣਗੇ
ਤੁਹਾਡੇ ਹੱਕ 'ਚ ਜਾਂਦਾ ਆ, ਉਹਨਾਂ ਦੀਆਂ ਲਾਇਬਿਲਿਟੀ ਮੰਨੀਆਂ ਜਾਣਗੀਆਂ, ਲਿਮਿਟਿਡ ਲਾਇਬਿਲਿਟੀ ਸੀ, ਕੀ ਉਹਦੇ ਇੰਡੀਵਿਜੂਅਲ ਦੇ ਉੱਤੇ ਜਾ ਸਕਦੇ ਆ ਜਾਂ ਕਿੱਦਾਂ ਆ, ਉਹ ਇਵੈਂਚੁਅਲੀ ਤੁਹਾਨੂੰ ਉਹ ਇਹ ਕਦਮ ਚੱਕਣ ਤੋਂ ਬਾਅਦ 'ਚ ਹੀ ਪਤਾ ਲੱਗਣਾ। ਓਕੇ ਬਾਈ, ਥੈਂਕ ਠੀਕ, ਯੂ। ਮਿਹਰਬਾਨੀ ਜੀ। ਅਮਨਦੀਪ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਜੀ ਸੁਣਦਾ ਸੀ ਲੋਕ ਬੁੱਕ ਦਾ, ਤੁਸੀਂ ਕਹਿੰਦੇ ਸੀ ਨਾ ਵੀ ਉਹ ਟਿਕਟ ਦੇ ਦਿੰਦੇ ਨੇ, ਉਹਦੇ 'ਚ ਮੈਨੂੰ ਨਗਾਲਸ ਐਰੀਜ਼ੋਨਾ ਇੱਕ ਵਾਰੀ ਰੋਕਿਆ ਸੀ, ਇੱਕ ਵਾਰੀ ਐਰੀਜ਼ੋਨਾ ਇੱਧਰ ਹਾਈਵੇ 10 ਤੇ ਰੋਕਿਆ ਸੀ। ਉਦੋਂ ਇੰਟਰਨੈਟ ਦੀ ਪ੍ਰੋਬਲਮ ਸੀ ਜਿੱਦਾਂ ਮੇਰੇ ਕੋਲ, ਤੇ ਉਹਨਾਂ ਨੇ ਮੈਨੂੰ ਵਾਇਓਲੇਸ਼ਨ ਦੇ ਕੇ ਨਾ ਛੱਡਤਾ ਸੀ। ਮੈਂ ਨਾਲ ਲਿਖ ਵੀ ਛੱਡਿਆ ਸੀ ਵੀ ਇੰਟਰਨੈਟ ਨਹੀਂ ਹੈ, ਤਾਂ ਕਰਕੇ ਵੀ ਡਰਾਈਵਰ ਦਾ ਕੋਈ ਫਾਲਟ ਨਹੀਂ, ਉਹਦੇ 'ਚ ਇੰਟਰਨੈਟ ਨਾ ਹੋਣ ਦੇ ਕਰਕੇ ਤੇ ਸਾਨੂੰ ਡਾਟਾ ਨਹੀਂ ਆਇਆ, ਤੇ ਉਹ ਜ਼ਿਆਦਾ ਇਫੈਕਟ ਨਹੀਂ ਕਹਿੰਦਾ ਕਰਦਾ ਉਹਦਾ ਕੰਪਨੀ ਦੇ। ਉਹਨਾਂ ਨੇ ਮੈਨੂੰ ਇੱਦਾਂ ਵਾਇਓਲੇਸ਼ਨ ਦੇ ਕੇ ਛੱਡਤਾ। ਬਾਕੀ ਆਲ ਗੁੱਡ ਸੀ। ਠੀਕ ਹੈ, ਹਾਂਜੀ ਇੰਨਾ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ। ਥੈਂਕ ਯੂ ਅਮਨਦੀਪ, ਥੈਂਕ ਯੂ। ਮੈਂ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਫਤਿਹ ਜੀ। ਗੁਰਵਿੰਦਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਆਪਣੇ ਉਹ ਲੌਗ ਬੁੱਕ ਦੀ ਸੁਣ ਰਿਹਾ ਸੀ ਮੈਂ। ਉਹ ਜਦੋਂ ਭਾਜੀ ਉਹ ਇਹ ਤੁਹਾਡੀ ਜਿਹੜੀ ਆ ਉਹ ਆਪਣੇ ਡਿਵਾਈਸ ਜਿਹੜੀ ਉਹ ਖਰਾਬ ਨਹੀਂ ਹੋਣੀ ਚਾਹੀਦੀ। ਜੇ ਇੰਟਰਨੈਟ ਨਹੀਂ ਹੈਗਾ ਤਾਂ ਮੁੜ ਕੇ ਉਹ ਜਦੋਂ ਕਨੈਕਟ ਹੁੰਦਾ ਫਿਰ ਕਵਰ ਕਰ ਦਿੰਦਾ ਉਹ ਜੀ। ਹਾਂਜੀ ਹਾਂਜੀ, ਨਹੀਂ ਉਹ ਤਾਂ ਸਮਝ ਗਏ। ਹਾਂਜੀ ਵੀ ਉਹ ਹਾਂਜੀ, ਉਹ ਜਿੱਦਾਂ ਨਾ ਜਿੱਦਾਂ ਆਪਾਂ ਲੌਗ ਬੁੱਕ ਇਹਨਾਂ ਜਿੱਦਾਂ ਹੁਣ ਕੋਈ ਜਿੱਦਾਂ ਲਾ ਲਓ ਵੀ ਜਿੱਥੇ ਇੰਟਰਨੈਟ ਨਹੀਂ ਹੁੰਦਾ ਉਹ ਜਦੋਂ ਆਪਾਂ ਸਿਟੀ ਪਾਉਣ ਲੱਗਦੇ ਹਾਂ, ਕਈ ਵਾਰ ਸਿਟੀ ਨਹੀਂ ਆਉਂਦੀ। ਇਹਦਾ ਮਤਲਬ ਜਦੋਂ ਜਿੱਦਾਂ ਆਪਾਂ ਫਰਿੱਜ ਨੂੰ ਪਾਉਣਾ, ਜੇ ਇੱਥੇ ਇੰਟਰਨੈਟ ਨਹੀਂ ਹੈਗਾ ਉਹ ਉਦੋਂ ਹੀ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਉੱਤੇ ਉਹ ਕਵਰ ਨਹੀਂ ਕਰਨ ਡਿਆ, ਵੀ ਸਿਟੀ ਆਉਣ ਨਹੀਂ ਡਈ। ਫਿਰ ਆਪਾਂ ਉਹ ਮੈਨੂਅਲੀ ਪਾਈ ਦੀ ਆ, ਤੇ ਉਹ ਜਦੋਂ ਆਪਾਂ ਫਿਰ ਥੋੜਾ ਜਿਹਾ ਜਦੋਂ ਚਲਾਉਂਦੇ ਆਪਾਂ, ਜਦੋਂ ਉਹਨੂੰ ਕਨੈਕਸ਼ਨ ਮਿਲਦਾ ਵਾ ਉਹ ਸਾਰਾ ਰੀਸਟੋਰ ਦੁਬਾਰਾ ਕਰ ਦਿੰਦਾ ਜੀ। ਹਾਂਜੀ, ਡਾਟਾ ਸਿੰਕ ਹੋ ਜਾਂਦਾ ਆ। ਐਕਚੁਅਲ 'ਚ ਮਸਲਾ ਥੋੜਾ ਜਿਹਾ ਡਿਫਰੈਂਟ ਹੈ। ਡਾਟਾ ਸਿੰਕ ਦਾ ਮਸਲਾ ਨਹੀਂ ਸੀਗਾ, ਡਾਟਾ ਟ੍ਰਾਂਸਫਰ, ਟਿਕਟ ਨਾ ਮਿਲ ਜਾਏ। ਡਾਟਾ ਟ੍ਰਾਂਸਫਰ ਦਾ ਮਸਲਾ ਸੀਗਾ ਵੀ ਡਾਟਾ ਜਿਹੜਾ ਉਹ ਟ੍ਰਾਂਸਫਰ ਤੁਸੀਂ ਮੌਕੇ ਸਿਰ ਕਰ ਸਕਦੇ ਆ ਕਿ ਨਹੀਂ। ਜੇ ਨਹੀਂ ਚੱਲ ਰਿਹਾ ਹੁੰਦਾ ਇੰਟਰਨੈਟ ਤੇ ਜਦੋਂ ਤੁਹਾਨੂੰ ਪੁੱਲ ਕਰਦੇ ਆ ਤਾਂ ਉਦੋਂ ਤੁਹਾਡੇ ਕੋਲ ਕੁਝ ਉਹਨਾਂ ਨੂੰ ਦੇਣ ਲਈ ਹੋਣਾ ਚਾਹੀਦਾ ਆ। ਉਦੋਂ ਇਹ ਆਪਸ਼ਨ ਆਉਂਦੀ ਹੈ। ਜੇ ਤੁਸੀਂ ਡਾਟਾ ਟ੍ਰਾਂਸਫਰ ਨਹੀਂ ਕਰ ਸਕਦੇ ਤਾਂ ਫਿਰ ਟਿਕਟ ਜਿਹੜੀ ਉਹ ਤੁਹਾਨੂੰ ਮਿਲ ਸਕਦੀ ਆ। ਸੋ ਇਸ ਲਈ ਉਹ ਚੀਜ਼ ਜਿਹੜੀ ਉਹ ਦੱਸੀ ਗਈ ਸੀ ਜੀ। ਆਪਣਾ ਰਾਜਨ ਜਿਹੜਾ ਆਪਣਾ ਕਹਿਣ ਦਾ ਭਾਵ ਇਹ ਸੀਗਾ, ਕਿਉਂਕਿ ਦੇਖੋ ਹੁਣ ਵਾਈਡ ਸਪਰੈਡ ਸਾਨੂੰ ਪਤਾ ਆ ਕਿ ਸਾਡਾ AT&T ਦਾ ਡਾਟਾ ਬੰਦ ਆ। ਜੀ ਜੀ ਜੀ, ਠੀਕ ਆ, AT&T ਦਾ ਫੋਨ ਬੰਦ ਆ। ਜਦੋਂ ਤੁਹਾਨੂੰ ਨੋਨ ਆ, ਪ੍ਰੋਬਲਮ ਪਤਾ ਆ, ਤੇ ਤੁਸੀਂ ਉੱਥੇ ਜਾ ਕੇ ਇਹ ਕਹੋ ਵੀ AT&T ਦਾ ਡਾਟਾ ਬੰਦ ਆ, ਇਸ ਕਰਕੇ ਮੈਨੂੰ ਛੱਡ ਦਿਓ। ਨਹੀਂ, ਤੁਹਾਨੂੰ ਟਿਕਟ ਆ ਉੱਥੇ। ਠੀਕ ਆ, ਉਹ ਵਾਇਓਲੇਸ਼ਨ ਆ ਤੁਹਾਡਾ। ਜਦੋਂ ਤੁਹਾਨੂੰ ਪਤਾ ਤੁਹਾਡਾ ਡਾਟਾ ਨਹੀਂ ਚੱਲ ਰਿਹਾ, ਤੁਸੀਂ ਟ੍ਰਾਂਸਫਰ ਨਹੀਂ ਕਰ ਸਕਦੇ, ਤੁਸੀਂ ਆਪਣਾ ਜਿਹੜਾ ਆ ਡਿਵਾਈਸ ਜਿਹੜਾ ਉਹ ਨਹੀਂ ਕੈਪਚਰ ਕਰ ਰਿਹਾ ਹੈਗਾ, ਜਾਂ ਜਦੋਂ ਡਾਟਾ ਹੀ ਨਹੀਂ ਹੈਗਾ, ਤੁਸੀਂ ਉਹਨੂੰ ਆਪਣੀ ਪੇਪਰ ਲੌਗ ਬੁੱਕ ਤੇ ਚਲਾ ਕੇ ਤੁਸੀਂ, ਠੀਕ ਆ, ਜਦੋਂ ਤੁਸੀਂ ਜਾ ਕੇ ਆਪਣਾ ਟ੍ਰਿਪ ਖਤਮ ਕਰਦੇ ਆ ਉਦੋਂ ਤੱਕ ਜੇ ਤੁਹਾਡਾ ਡਾਟਾ ਚੱਲਦਾ ਆ ਤੇ ਦੈਟਸ ਫਾਈਨ। ਜੇ ਨਹੀਂ ਚੱਲਦਾ ਤੇ ਯੂ ਸਟਿਲ ਕੈਨ ਡੂ ਇਟ। ਬਟ ਸਟਿਲ ਜਿਹੜੀ ਪ੍ਰੋਬਲਮ ਹੈਗੀ ਆ, ਆਪਾਂ ਇਹ ਨਹੀਂ ਕਹਿ ਰਹੇ ਕਿ ਰਸਤੇ ਦੇ ਵਿੱਚ ਕੋਈ ਇਸ਼ੂ ਆਉਂਦੇ ਆ, ਬੜੇ ਥਾਂ ਦੇ ਡਾਟਾ ਡ੍ਰੌਪ ਹੋ ਜਾਂਦਾ, ਫਿਰ ਅਪ ਹੋ ਜਾਂਦਾ, ਸਿੰਕ ਹੋ ਜਾਂਦਾ। ਪਰ ਦ ਟਾਈਮ ਹੁਣ ਇਹ ਹੁੰਦੀ ਆ ਕਿ ਜਦੋਂ ਆਪਾਂ ਗੱਲ ਨਹੀਂ ਕਰਦੇ ਕਿ ELD ਦੇ ਆਪਣੀ ਲੌਗ ਬੁੱਕ ਦੇ ਵਿੱਚ ਆਪਾਂ ਜਿਹੜੇ ਆਵਰਸ ਆਫ ਸਰਵਿਸ ਦੇ ਵਿੱਚ ਆ ਕਿ ਸਾਨੂੰ ਅਨਨੋਨ ਜਿਹੜੀਆਂ ਪ੍ਰੋਬਲਮਸ ਕਰਕੇ ਸਾਡੇ ਕੋਲ ਜੇ ਕੁਛ ਸਾਨੂੰ ਕਿਤੇ ਐਕਸੀਡੈਂਟ ਹੋ ਕੇ ਟ੍ਰੈਫਿਕ ਲੱਗ ਜਾਂਦਾ ਤੇ ਅਸੀਂ ਆਪਣੀ ਲੌਗ ਬੁੱਕ ਦੇ ਵਿੱਚ ਉਹ ਬ੍ਰੇਕ ਲੈ ਸਕਦੇ ਹੈਗੇ ਜਾਂ ਕੁਛ ਕਰ ਸਕਦੇ ਹੈਗੇ। ਠੀਕ ਹੈ ਨਾ, ਉਹ ਅਨਨੋਨ ਰੀਜ਼ਨਸ ਹੈ। ਜਿਹੜਾ ਨੋਨ ਰੀਜ਼ਨ ਆ, ਜੇ ਤੁਸੀਂ ਹੁਣ 3 ਵਜੇ LA ਡਾਊਨਟਾਊਨ ਦੇ ਵਿੱਚੋਂ ਲੰਘੋਗੇ ਤੇ ਇਹ ਕਹੋਗੇ ਜੀ ਮੈਨੂੰ ਟ੍ਰੈਫਿਕ ਲੱਗ ਗਿਆ ਤੇ ਤਾਂ ਕਰਕੇ ਮੈਂ 2 ਘੰਟੇ ਨੂੰ ਇਹਨੂੰ ਪੌਜ਼ ਕੀਤਾ ਆ, ਉਹ ਨਹੀਂ ਮੰਨਿਆ ਜਾਣਾ ਜੀ। ਸੋ ਵੀ ਆਰ ਟਰਾਈਂਗ ਟੂ ਸੇ ਕਿ ਨੋਨ ਪ੍ਰੋਬਲਮ ਹੈਗੀ ਆ। ਸੋ ਇਨਸਟੈਡ ਆਫ ਤੁਸੀਂ ਉੱਥੇ ਬਹਿਸ ਕਰਨੇ, ਇਨਸਟੈਡ ਆਫ ਤੁਸੀਂ ਉੱਥੇ ਟਿਕਟ ਲੈਣ ਦੇ, ਜਸਟ ਮੇਕ ਅਪ ਲੀਗਲ ਪੇਪਰ ਲੌਗ, ਰਨ ਯੂਰ ਟ੍ਰਿਪ, ਐਂਡ ਵਨਸ ਤੁਹਾਡਾ ਜਿਹੜਾ ਡਾਟਾ ਠੀਕ ਹੋ ਜਾਊਗਾ ਦੈਨ ਯੂਰ ਡਿਵਾਈਸ ਇਜ਼ ਫਾਈਨ ਜੀ। ਲਾਸਟ ਕਾਲਰ ਆ ਸਤਨਾਮ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤਿੰਨਾਂ ਵੀਰਾਂ ਨੂੰ ਜੋ ਰਮਨ ਭਾਜੀ ਕਹਿੰਦੇ ਉਹ ਬਿਲਕੁਲ ਟਰੂ ਹੈਗਾ। ਉਹ ਮੇਰੇ ਖਿਆਲ ਆਪਣੇ ਭਾਈ ਜੀ ਅੰਡਰਸਟੈਂਡ ਨਹੀਂ ਕਰਦੇ। ਕਦੇ ਤੁਸੀਂ ਕਈ ਵਾਰੀ ਕਹਿੰਦੇ ਕਲਾਸਾਂ ਚਾਹੀਦੀਆਂ, ਓਰੀਟੇਸ਼ਨ ਚਾਹੀਦੀ ਆ ਨਾ, ਇੰਨੀ ਓਰੀਟੇਸ਼ਨ ਨਹੀਂ ਕੀਤੀ ਉਹ ਲੋਕਾਂ ਨੇ। ਉਹ ਜੋ ਰਮਨ ਭਾਜੀ ਕਹਿੰਦੇ ਆ ਨਾ, ਉਹ ਉਹਨਾਂ ਦੀ ਗੱਲ ਨੂੰ ਨਹੀਂ ਸੁਣਦੇ ਵੀ ਕੀ ਕਹਿ ਰਹੇ ਆ। ਉਹ ਤੁਹਾਨੂੰ ਟਿਕਟ ਆ, ਉਹ ਤੁਹਾਨੂੰ ਉਹਨਾਂ ਨੂੰ ਜੇ ਨਹੀਂ ਟ੍ਰਾਂਸਫਰ ਹੁੰਦਾ, ਤੁਹਾਨੂੰ ਉਹਨਾਂ ਨੂੰ
ਲਾਗਬੁੱਕ ਦੇਣੀ ਪੈਣੀ, ਪੇਪਰ ਲਾਗਬੁੱਕ। ਉਹਦੇ ਤੇ ਤੁਹਾਡਾ ਫਿਲਅਪ ਹੋਣਾ ਚਾਹੀਦਾ ਕਿੰਨੇ ਘੰਟੇ ਤੁਹਾਨੂੰ ਅਵੇਲੇਬਲ ਆ, ਕਿੰਨੇ ਤੁਸੀਂ ਘੰਟੇ 7 ਦਿਨਾਂ 'ਚ ਵਰਤੇ ਆ। ਮੈਂ ਰਮਨ ਭਾਜੀ ਨਾਲ ਐਗਰੀ ਆ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੈ। ਜਾਂਦੇ ਜਾਂਦੇ ਇੱਕ ਖਬਰ ਸਾਂਝੀ ਕਰਦੇ ਜਾਈਏ। ਕੁਝ 25 ਕੁ ਮਿੰਟ ਪਹਿਲਾਂ ਫਰੀਮੌਂਟ ਏਰੀਏ ਦੇ ਵਿੱਚ ਭੁਚਾਲ ਆਇਆ ਆ ਏਰੀਏ 'ਚ 3.2 ਮੈਗਨੀਚਿਊਡ ਦਾ। ਹਜੇ ਤੱਕ ਕੋਈ ਇਦਾਂ ਦਾ ਤਾਂ ਨਹੀਂ ਨੁਕਸਾਨ ਵਗੈਰਾ ਹੋਇਆ, ਪਰ ਇਹ ਰੀਸੈਂਟਲੀ ਹੋਇਆ। ਯੂਐਸ ਜੀਓਲੋਜੀਕਲ ਸਰਵੇ ਆ ਉਹ ਜੋ ਰਿਪੋਰਟ ਕਰ ਰਿਹਾ ਵੀ 9:35 ਤੇ ਫਰੀਮੌਂਟ ਏਰੀਏ ਦੇ ਵਿੱਚ 3.2 ਮੈਗਨੀਚਿਊਡ ਦਾ ਭੁਚਾਲ ਆਇਆ ਸੀ। ਜੀ ਬਿਲਕੁਲ। ਤੇ ਬਾਕੀ ਜਿਨ੍ਹਾਂ ਕੋ ਅਜੇ ਐਨਵੀਡੀਆ ਦੇ ਸਟਾਕ ਸੀਗੇ ਉਹ ਬੜੇ ਖੁਸ਼ ਹੋਣੇ ਆ। ਉਹਦੀ ਅਰਨਿੰਗ ਰਿਪੋਰਟ ਗੁੱਡ ਆਈ ਆ। ਸੈਮੀਕੰਡਕਟਰ ਦਾ ਦੌਰ ਚੱਲ ਰਿਹਾ, AI ਦਾ ਦੌਰ ਚੱਲ ਰਿਹਾ। ਐਨਵੀਡੀਆ ਦੀਆਂ ਚਿਪਸ ਜਿਹੜੀਆਂ ਉਹ ਸੋਹਣੀਆਂ ਪਰਫਾਰਮ ਕਰ ਰਹੀਆਂ। ਸੋ ਉਹ ਜਿਹੜੇ ਖਾਸੇ ਖੁਸ਼ ਚੱਲ ਰਹੇ ਹੋਣੇ ਆ ਜਿਹੜੇ ਸਟਾਕ ਦੇ ਵਿੱਚ ਇੰਟਰਸਟਿਡ ਹੋਣਗੇ। ਤੇ ਰਮਨ ਜੀ ਥੈਂਕ ਯੂ, ਮਿਹਰਬਾਨੀ। ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਇੱਥੇ ਜਿਹੜੇ ਪ੍ਰੋਗਰਾਮ ਦੀ ਸਮਾਪਤੀ ਆ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US